ਪਿਆਰੇ ਦਰਸ਼ਕੋ, ਨਵਾਂ ਪੰਜਾਬ ਚੈਨਲ ਦੇ ਸ਼ੋਅ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਇਸ ਸ਼ੋਅ ਵਿੱਚ ਸਾਡੇ ਨਾਲ ਸੀਨੀਅਰ ਪੱਤਰਕਾਰ ਬਲਬੀਰ ਸਿੰਘ ਜੰਡੂ ਹਨ। ਉਹਨਾਂ ਨਾਲ ਗੱਲ ਕਰਾਂਗੇ, ਅੱਜ ਦੇ ਪੱਖ ਦੇ ਮੁੱਦਿਆਂ ਬਾਰੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਚਰਚਾ ਇਸ ਗੱਲ ਦੀ ਕਰਾਂਗੇ ਕਿ ਕਾਂਗਰਸ ਪਾਰਟੀ ਨੇ ਜਿੱਥੇ 10 ਉਮੀਦਵਾਰਾਂ ਦੀ 10 ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਨੇ, ਉੱਥੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੂਜੇ ਹਲਕੇ ਭਦੌੜ ਤੋਂ ਕਿਉਂ ਉਤਾਰਿਆ? ਪਹਿਲਾਂ ਉਹ ਚਮਕੌਰ ਸਾਹਿਬ ਤੋਂ ਚੋਣ ਲੜ ਰਿਹਾ ਤੇ ਨਾਲ ਹੀ ਭਦੌੜ ਤੋਂ ਕੱਲ ਉਤਾਰ ਦਿੱਤਾ ਗਿਆ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨੇ ਆਪਣੀਆਂ ਸਾਰੀਆਂ ਟਿਕਟਾਂ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਹੈ। ਸੋ ਇਸ ਤੋਂ ਇਲਾਵਾ ਜਿਹੜੀਆਂ ਇੱਕ ਪੈਗਾਸਸ ਜਸੂਸੀ ਕਾਂਡ ਨੂੰ ਲੈ ਕੇ ਅੱਜ ਦੇਸ਼ ਦੀ ਪਾਰਲੀਮੈਂਟ ਸ਼ੁਰੂ ਹੋਣੀ, ਉਹਦੇ ਵਿੱਚ ਰੌਲਾ ਰੱਪਾ ਪਏਗਾ। ਇਹ ਮਾਮਲਾ ਜਿਹੜਾ ਸੀਰੀਅਸ ਹੈ, ਇਹਦੇ ਬਾਰੇ ਵੀ ਚਰਚਾ ਕਰਾਂਗੇ। ਉਸ ਤੋਂ ਇਲਾਵਾ ਕਾਂਗਰਸ ਦੇ ਵਿਧਾਇਕ ਨੇ ਅੰਗਦ ਸਿੰਘ ਸੈਣੀ ਨਵਾਂ ਸ਼ਹਿਰ ਤੋਂ, ਉਹਨਾਂ ਦੀ ਟਿਕਟ ਕਿਉਂ ਕੱਟੀ, ਉਹਦੇ ਬਾਰੇ ਕੀ ਕਾਰਨ ਹੈ ਜੇ ਉਹ ਉਹਨਾਂ 10 ਵਿਧਾਇਕਾਂ ਚੋਂ ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਗਈਆਂ। ਇਸ ਦੇ ਨਾਲ ਹੀ ਕਿਸਾਨ ਅੱਜ ਦੇਸ਼ ਭਰ ਦੇ ਵਿੱਚ ਵਿਸ਼ਵਾਸਘਾਤ ਦਿਵਸ ਮਨਾ ਰਹੇ, ਉਹਦੇ ਬਾਰੇ ਵੀ ਥੋੜੀ ਗੱਲ ਕਰਾਂਗੇ। ਤੇ ਸਭ ਤੋਂ ਪਹਿਲਾਂ ਜੰਡੂ ਸਾਹਿਬ ਗੱਲ ਕਰਦੇ ਹਾਂ ਕਿ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਦੂਜੇ ਹਲਕੇ ਤੋਂ ਕਿਉਂ ਉਤਾਰਿਆ, ਕੀ ਕਾਰਨ ਹੈ? ਕੁਝ ਚਰਚਾ ਇਸ ਦੇ ਨਾਲ ਇਹ ਵੀ ਸ਼ੁਰੂ ਹੋ ਚੁੱਕੀ ਹੈ ਕਿ ਕਾਂਗਰਸ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਲਈ ਜਿਹੜਾ ਸਰਵੇ ਜਿਹੜਾ ਸ਼ੁਰੂ ਕਰ ਦਿੱਤਾ, ਉਸ ਦਾ ਫੈਸਲਾ ਵੀ ਜਲਦੀ ਕਰਾਂਗੇ। ਤੇ ਜਿਹੜੀ ਦੂਜੀ ਥਾਂ ਤੋਂ ਭਦੌੜ ਤੋਂ ਉਹਨੂੰ ਐਲਾਨਣ ਨਾਲ ਇਹ ਸਮਝਿਆ ਜਾ ਰਿਹਾ ਹੈ, ਇਹ ਗੱਲ ਕਹੀ ਜਾ ਰਹੀ ਹੈ ਕਿ ਉਹਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨਣ ਦੀ ਤਿਆਰੀ ਹੈ। ਇਸ ਦੇ ਨਾਲ ਹੀ ਕੁਝ ਇਸ ਤਰ੍ਹਾਂ ਦੇ ਵੀ ਸਵਾਲ ਖੜੇ ਹੋ ਗਿਆ ਕਿ ਜੇ ਚੰਨੀ ਨੇ ਚੋਣ ਲੜਨੀ ਸੀ, ਜੇ ਉਹਨੂੰ ਇਸ ਗੱਲ ਲਈ ਉਤਾਰਿਆ ਗਿਆ ਕਿ ਇਹਦਾ ਪ੍ਰਭਾਵ ਜਿਹੜਾ ਮਾਲਵੇ ਦੇ ਵਿੱਚ ਚੰਗਾ ਜਾਏਗਾ ਤੇ ਜਿਹੜੀਆਂ ਮਾਲਵੇ ਦੀਆਂ ਸੀਟਾਂ ਉਤੋਂ ਆਮ ਆਦਮੀ ਪਾਰਟੀ ਵੱਡੇ ਦਾਅਵੇਦਾਰ ਦੇ ਤੌਰ ਤੇ ਆ ਰਹੀ ਹੈ। ਤੇ ਜਿਵੇਂ ਪਿਛਲੀਆਂ ਚੋਣਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਲੰਬੀ ਤੋਂ ਉਤਾਰਿਆ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਖਿਲਾਫ, ਇਸੇ ਤਰੀਕੇ ਦੀ ਇਹ ਰਣਨੀਤੀ ਹੈ। ਕੁਝ ਇਸ ਨੂੰ ਕਾਂਗਰਸ ਦੇ ਹਲਕੇ ਇਹਨੂੰ ਕੰਟਰਾਡਿਕਟ ਕਰਦੇ, ਇਹਦਾ ਵਿਰੋਧ ਕਰਦੇ ਵੀ ਉਹਨਾਂ ਨੂੰ ਜੇ ਉਤਾਰਨਾ ਸੀ ਤਾਂ ਸੁਖਬੀਰ ਬਾਦਲ ਦੇ ਖਿਲਾਫ ਉਤਾਰਿਆ ਜਾਣਾ ਚਾਹੀਦਾ ਸੀ, ਉੱਥੇ ਦਲਿਤ ਵੋਟ ਜ਼ਿਆਦਾ ਸੀਗੀ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਇਹਦੇ ਬਾਰੇ ਰਾਏ ਵੰਡੀ ਹੋਈ ਹੈ ਤੇ ਨਾਲ ਹੀ ਇਸ ਕਿਸਮ ਦੇ ਸੰਕੇਤ ਵੀ ਆ ਰਹੇ ਕਿ ਚੰਨੀ ਨੂੰ ਹੀ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਏਗਾ। ਭਾਵੇਂ ਹੋ ਸਕਦਾ ਇਹਦੇ ਲਈ ਹਫ਼ਤਾ ਹੋਰ ਲਾ ਦਿੱਤਾ ਜਾਵੇ, ਪਰ ਕੁਝ ਹਲਕਿਆਂ ਦੇ ਵਿੱਚ ਇਸ ਗੱਲ ਦੀ ਚਰਚਾ ਹੈ ਕਿ 5 ਜਨਵਰੀ ਨੂੰ ਉਹਨਾਂ ਨੂੰ ਐਲਾਨਿਆ ਜਾ ਸਕਦਾ, ਨਾ 5 ਜਿਹੜਾ ਫਰਵਰੀ ਨੂੰ ਐਲਾਨਿਆ ਜਾ ਸਕਦਾ। 5 ਜਨਵਰੀ ਤਾਂ ਲੰਘ ਚੁੱਕੀ ਹੈ। ਤੁਸੀਂ ਇਹਦੇ ਬਾਰੇ ਕਹਿਣਾ ਚਾਹੁੰਦੇ? ਜਿਵੇਂ ਜਿਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ ਹੈ 2 ਹਲਕਿਆਂ ਤੋਂ ਚੋਣ ਉਹਨਾਂ ਦੇ ਲੜਨ ਦੀ, ਇਹਦੇ ਬਾਰੇ ਚਰਚਾ ਤਾਂ ਕਾਫੀ ਦੇਰ ਤੋਂ ਪਹਿਲਾਂ ਤੋਂ ਸ਼ੁਰੂ ਹੋ ਚੁੱਕੀ ਸੀ ਕਿ ਹੋ ਸਕਦਾ ਹੈ ਕਿ ਜਿਹੜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੈ ਉਹਨਾਂ ਨੂੰ 2 ਹਲਕਿਆਂ ਤੋਂ ਲੜਾਇਆ ਜਾਏ, ਕਿਉਂਕਿ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਕਾਂਗਰਸ ਦੇ ਅੰਦਰ, ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਉਹ ਚਮਕੌਰ ਸਾਹਿਬ ਵਾਲੀ ਸੀਟ ਹੈ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਜਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਸੀਗਾ ਕਿ ਅਸੀਂ ਜਿਹੜਾ ਸਰਵੇ ਕਰਾਇਆ ਤੇ ਉੱਥੇ ਜਿਹੜੇ ਹੈ ਹਾਰ ਰਹੇ ਹੈ ਚਰਨਜੀਤ ਸਿੰਘ ਚੰਨੀ ਹੁਣ, ਤਾਂ ਉਸ ਗੱਲ ਦਾ ਵੀ ਇੱਕ ਅਸਰ ਆਪਣੇ ਤੌਰ ਤੇ ਜਾ ਰਿਹਾ ਸੀਗਾ। ਔਰ ਹੋ ਸਕਦਾ ਹੈ ਕਿ ਵੀ ਕਾਂਗਰਸ ਜਿਹੜੀ ਹੈ, ਜਿਸ ਤਰ੍ਹਾਂ ਤੁਸੀਂ ਮਾਲਵੇ ਦੀ ਗੱਲ ਕੀਤੀ ਹੈ ਕਿ ਮਾਲਵੇ ਦੇ ਅੰਦਰ ਕਿਉਂਕਿ ਮੁੱਖ ਮੰਤਰੀ ਦਾ ਚਿਹਰਾ ਆਮ ਆਦਮੀ ਪਾਰਟੀ ਨੇ ਐਲਾਨ ਦਿੱਤਾ ਹੈ ਤੇ ਉਹ ਚਿਹਰਾ ਜਿਹੜਾ ਹੈ ਉਹ ਮਾਲਵੇ 'ਚ ਜਿਹੜਾ ਹੈ ਉਹਨਾਂ ਦੀ ਜਿਹੜੀ ਹਲਕਾ ਹੈ ਮਾਲਵੇ 'ਚ ਹੀ ਪੈਂਦਾ, ਧੂਰੀ ਦਾ ਹਲਕਾ। ਪਰ ਅਸੀਂ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਜ਼ਿਆਦਾ ਆਧਾਰ ਵੀ ਹੈ ਉਹ ਮਾਲਵੇ 'ਚ ਹੈ ਤੇ ਖਾਸ ਕਰਕੇ ਜਿਹੜਾ ਪਿਛਲੀ ਵਾਰ ਉਹਨਾਂ ਨੇ ਜਿਹੜੀਆਂ ਰਾਖਵੀਆਂ ਸੀਟਾਂ ਉਹਨਾਂ 'ਚ ਜ਼ਿਆਦਾ ਉਹਨਾਂ ਨੂੰ ਸੀਟਾਂ ਮਿਲੀਆਂ ਸੀ, ਤਾਂ ਉਸ ਪੱਖ ਤੋਂ ਇੱਕ ਗੱਲ ਇਹ ਵੀ ਨਜ਼ਰੀਆ ਜਿਹੜਾ ਆ ਰਿਹਾ। ਦੂਸਰਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਵਿਰੋਧੀ ਧਿਰ ਕਹਿ ਰਿਹਾ ਕਿ ਬਕਾਇਦਾ ਜਿਹੜੇ ਹੈ ਚਰਨਜੀਤ ਚੰਨੀ ਹੋਣੀ ਉੱਥੇ ਆਪਣੇ ਆਪ ਨੂੰ ਅਸੁਰੱਖਿਅਤ ਫੀਲ ਕਰ ਰਹੇ ਸੀਗੇ। ਉਹਨਾਂ ਨੂੰ ਲੱਗਦਾ ਸੀਗਾ ਕਿ ਜੇ ਮੈਂ ਇੱਥੋਂ ਹਾਰ ਗਿਆ ਤਾਂ ਕੀ ਹੋਏਗਾ, ਤਾਂ ਉਹਨਾਂ ਨੇ ਆਪਣਾ ਜਿਹੜੀ ਉਹ ਸੁਰੱਖਿਅਤ ਸੀਟ ਕਰਨ ਦੇ ਲਈ ਇੱਕ ਦੋਨਾਂ ਥਾਵਾਂ ਤੋਂ ਲੜਿਆ ਜਾਵੇ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਹੜੇ ਕਾਂਗਰਸ ਦੇ ਪ੍ਰਧਾਨ ਆ ਨਵਜੋਤ ਸਿੰਘ ਸਿੱਧੂ ਹੋਣੀ, ਉਹ ਬਿਕਰਮ ਸਿੰਘ ਮਜੀਠੀਆ ਨੂੰ ਇਸ ਗੱਲ ਦੀ ਚੁਣੌਤੀ ਦੇ ਰਿਹਾ ਕਿ ਜੇ ਤੁਸੀਂ ਮੇਰੇ ਨਾਲ ਮੁਕਾਬਲਾ ਕਰਨਾ, ਜੇ ਮੇਰੇ ਨਾਲ ਹੀ ਤੁਸੀਂ ਚੈਲੰਜ ਬਣਨਾ ਤਾਂ ਫਿਰ ਤੁਸੀਂ ਇੱਕੋ ਸੀਟ ਤੋਂ ਚੋਣ ਲੜੋ। ਔਰ ਵੈਸੇ ਵੀ ਅਸੀਂ ਦੇਖਦੇ ਹਾਂ ਕਿ ਕਾਂਗਰਸ ਦੇ ਅੰਦਰ ਇਸ ਤਰ੍ਹਾਂ ਦਾ ਕਲਚਰ ਰਿਹਾ ਹੈਗਾ। ਪਿਛਲੀ ਵਾਰ ਤੁਹਾਨੂੰ ਯਾਦ ਹੋਏਗਾ ਕਿ ਕੈਪਟਨ ਅਮਰਿੰਦਰ ਸਿੰਘ ਹੋਣੀ ਵੀ 2 ਥਾਵਾਂ ਤੋਂ ਚੋਣ ਲੜੇ ਸੀ। ਹਾਂਜੀ, ਲੰਬੀ ਤੋਂ ਲੜੇ ਸੀਗੇ, ਪਰ ਲੰਬੀ ਤੋਂ ਬੜੀ ਗੰਭੀਰਤਾ ਨਾਲ ਨਹੀਂ ਚੋਣ ਲੜੀ। ਉਹ ਪਟਿਆਲੇ ਤੋਂ ਹੀ ਮੇਨ ਮੁੱਖ ਤੌਰ ਤੇ ਜੋ ਕਹਿੰਦੇ ਚ ਵੀ ਹੋ ਸਕਦਾ ਹੈ ਕਿ ਨਹੀਂ, ਉਹ ਬਿਲਕੁਲ ਠੀਕ ਹੈ ਤੁਹਾਡੀ ਗੱਲ, ਪਰ ਇਹ ਜ਼ਰੂਰ ਹੈ ਕਿ ਵੀ ਇਹ ਨਹੀਂ ਹੈ ਕਿ ਵੀ ਪਹਿਲੀ ਵਾਰ ਹੀ ਮੁੱਖ ਮੰਤਰੀ ਜਿਹੜਾ ਹੈ ਉਹ 2 ਸੀਟਾਂ ਤੋਂ ਲੜ ਰਿਹਾ। ਸੋ ਇਸ ਕਰਕੇ ਇੱਕ ਤਾਂ ਇਹ ਪੱਖ ਹੈਗਾ। ਦੂਸਰਾ ਪੱਖ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਰਾਹੁਲ ਗਾਂਧੀ ਹੁਣੀ ਉਸ ਦਿਨ ਆਏ ਸੀ
ਔਰ ਉਹਨਾਂ ਨੇ ਜਿਸ ਤਰ੍ਹਾਂ ਪਹਿਲਾਂ ਕਾਂਗਰਸ ਨੇ ਇਸ ਗੱਲ ਦਾ ਐਲਾਨ ਕੀਤਾ ਸੀਗਾ ਕਿ ਜਿਹੜੇ 3 ਸਾਡੇ ਚਿਹਰੇ ਹੋਣਗੇ ਜਿਨ੍ਹਾਂ ਤੇ ਅਸੀਂ ਚੋਣ ਲੜਾਂਗੇ, ਜਿਨ੍ਹਾਂ ਵਿੱਚ ਸੁਨੀਲ ਜਾਖੜ ਵੀ ਸ਼ਾਮਲ ਸੀ। ਪਰ ਰਾਹੁਲ ਗਾਂਧੀ ਜਿਸ ਦਿਨ ਇੱਥੇ ਆਏ ਤਾਂ ਉਹਨਾਂ ਨੇ ਆਪਣੀ ਰੈਲੀ 'ਚ ਸੁਨੀਲ ਜਾਖੜ ਹੋਣਾ ਦਾ ਨਾਂ ਨਹੀਂ ਲਿਆ ਤੇ ਜਿਹੜਾ ਚੰਨੀ ਬਨਾਮ ਜਿਹੜਾ ਇਹ ਕਹਿ ਕੇ ਨਵਜੋਤ ਸਿੰਘ ਸਿੱਧੂ ਹੈ ਕਿ ਅਸੀਂ ਆਪਣੇ ਪਾਰਟੀ ਵਰਕਰਾਂ ਦੀ ਰਾਏ ਲਵਾਂਗੇ ਕਿ ਇਹਨਾਂ ਦੋਨਾਂ ਚੋਂ ਕਿਹੜਾ ਚਿਹਰਾ ਹੋਣਾ ਚਾਹੀਦਾ। ਪਰ ਜਿਸ ਤਰ੍ਹਾਂ ਦੀ ਸਥਿਤੀ ਬਣ ਗਈ ਹੈ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ 10 ਵਿਧਾਇਕਾਂ ਦੀਆਂ ਟਿਕਟਾਂ ਇਕੱਠੀਆਂ ਔਰ ਜਿਹੜੇ ਬਾਗੀ ਹੈ ਲਗਭਗ ਉਹ 16-17 ਦੇ ਕਰੀਬ ਉਹਨਾਂ ਦੀ ਗਿਣਤੀ ਬਣ ਜਾਂਦੀ ਹੈ, ਜਿਹੜੇ ਆਜ਼ਾਦਾਨਾ ਤੌਰ ਤੇ ਚੋਣ ਲੜਨ ਦਾ ਆਪਣੇ ਵੱਲੋਂ ਕਈਆਂ ਨੇ ਤਾਂ ਕਾਗਜ਼ ਦਾਖਲ ਕਰਤੇ, ਕਈ ਧਮਕੀ ਦੇ ਰਹੇ, ਕਈ ਦੂਸਰੀਆਂ ਪਾਰਟੀਆਂ 'ਚ ਵੀ ਚਲੇ ਗਏ, ਜਿਵੇਂ ਮੋਗੇ ਵਾਲਾ ਵਿਧਾਇਕ ਸੀਗਾ ਉਹ ਦੂਸਰੀ ਭਾਰਤੀ ਜਨਤਾ ਪਾਰਟੀ ਜਾ ਕੇ ਸ਼ਾਮਲ ਹੋ ਗਿਆ। ਸੋ ਉਹ ਜਿਹੜੀ ਸਾਰੀ ਸਥਿਤੀ ਬਣ ਰਹੀ ਹੈ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਚਰਨਜੀਤ ਸਿੰਘ ਚੰਨੀ ਨੂੰ 2 ਥਾਵਾਂ ਤੋਂ ਲੜਾਉਣ ਦਾ ਇੱਕ ਤਾਂ ਕਾਰਨ ਇਹੀ ਹੋ ਸਕਦਾ ਹੈ ਕਿ ਉਹਨੂੰ ਇਹਨਾਂ ਨੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਇੱਕ ਜਿਹੜਾ ਸੰਕੇਤ ਦੇ ਦਿੱਤਾ ਹੈ, ਜਿਸ ਤਰ੍ਹਾਂ ਪਹਿਲਾਂ ਦਿੰਦੇ ਰਹੇ ਸੀ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਸ ਢੰਗ ਨਾਲ ਜਿਸ ਸਾਰਾ ਚੈਲੰਜ ਕਬੂਲ ਕਰ ਰਿਹਾ ਅਕਾਲੀ ਦਲ, ਕਿਉਂਕਿ ਜੇ ਅਕਾਲੀ ਦਲ ਨੇ ਜਿਹੜਾ ਚੈਲੰਜ ਦਿੱਤਾ ਨਵਜੋਤ ਸਿੰਘ ਸਿੱਧੂ ਨੂੰ, ਉਹ ਜਿਸ ਤਰ੍ਹਾਂ ਪੰਜਾਬ ਮਾਡਲ ਦੀ ਗੱਲ ਕਰਦੇ ਆ, ਉਸ ਦਿਨ ਰਾਹੁਲ ਗਾਂਧੀ ਉਹਨਾਂ ਨੇ ਪੰਜਾਬ ਮਾਡਲ ਦਾ ਵੀ ਨਾਂ ਲਿਆ ਸੀ। ਮੇਰਾ ਇਹ ਨਹੀਂ ਹੈ ਕਿ ਵੀ ਔਰ ਬਕਾਇਦਾ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਬੋਲਦਿਆਂ ਇਹ ਗੱਲ ਕਹੀ ਵੀ ਸੀ। ਚਰਨਜੀਤ ਸਿੰਘ ਚੰਨੀ ਉਹਨਾਂ ਦੇ ਤਾਂ ਜਿਸ ਢੰਗ ਨਾਲ ਕਿਹਾ ਸੀ ਨਾ ਕਿ ਵੀ ਅਸੀਂ ਜੋ ਵੀ ਪਾਰਟੀ ਮੈਨੂੰ ਹੁਕਮ ਲਾਏਗੀ, ਪਾਰਟੀ ਨੇ ਮੈਨੂੰ ਬਹੁਤ ਕੁਝ ਦਿੱਤਾ, ਪਰ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਸਪਸ਼ਟ ਕਿਹਾ ਸੀਗਾ ਜੇ ਪੰਜਾਬ ਮਾਡਲ ਦੀ ਗੱਲ ਹੈ, ਜਿਹੜੀ ਮੈਂ ਨੀਤੀ ਲੈ ਕੇ ਅੱਗੇ ਚੱਲਣਾ ਚਾਹੁੰਦਾ, ਉਹ ਤਾਂ ਹੀ ਹੋ ਸਕਦੀ ਹੈ ਜੇ ਤੁਸੀਂ ਮੈਨੂੰ ਕੋਈ ਪਾਵਰ ਦਿਓਗੇ। ਪਾਵਰ ਦਾ ਮਤਲਬ ਸਿੱਧਾ ਹੈ ਕਿ ਵੀ ਪ੍ਰਧਾਨ ਤਾਂ ਮੁੱਖ ਪਾਰਟੀ ਮੰਤਰੀ ਦੇ ਹੈਗੇ। ਹਾਂਜੀ, ਹਾਂ, ਮੈਨੂੰ ਲੱਗਦਾ ਇਹ ਹੈਗਾ ਕਿ ਜਿਹੜੀ ਪੰਜਾਬ ਦੇ ਵਿੱਚ ਦਲਿਤ ਵਸੋਂ ਹੈ, ਦਲਿਤ ਵੋਟਰ ਨੇ, ਉਹ 32-33% ਬਣਦੇ ਆ ਤੇ ਕਾਂਗਰਸ ਪਾਰਟੀ ਉਹਦੇ ਸਾਰੇ ਦੀ ਕੰਸੋਲੀਡੇਸ਼ਨ ਕਰਨਾ ਚਾਹੁੰਦੀ ਹੈ। ਉਹ ਕੰਸੋਲੀਡੇਸ਼ਨ ਦੇ ਸਿਲਸਿਲੇ ਵਜੋਂ ਹੀ ਜਿਹੜਾ ਇਹ ਚੰਨੀ ਨੂੰ ਜਿਹੜਾ ਦੂਜੇ ਹਲਕੇ ਭਦੌੜ ਤੋਂ ਐਲਾਨਿਆ ਗਿਆ। ਇਹ ਤੁਹਾਡੀ ਗੱਲ ਵਾਜਬ ਹੈ ਕਿ ਮਾਲਵੇ ਦੇ ਵਿੱਚ ਹੀ ਆਪ ਦਾ ਜ਼ਿਆਦਾ ਆਧਾਰ ਹੈ ਤਾਂ ਮਾਲਵੇ ਦੇ ਵਿੱਚੋਂ ਹੀ ਵੱਧ ਸੀਟਾਂ ਦੇ ਭਗਵੰਤ ਮਾਨ ਮਾਲਵੇ ਦੇ ਵਿੱਚੋਂ ਧੂਰੀ ਤੋਂ ਮੁੱਖ ਮੰਤਰੀ ਦੇ ਚਿਹਰੇ ਨੇ, ਉੱਥੋਂ ਚੋਣ ਲੜ ਰਹੇ ਆ। ਐਮਪੀ ਵੀ ਤਾਂ ਸੰਗਰੂਰ ਤੋਂ ਹੀ ਨਹੀਂ। ਹਾਂਜੀ, ਤੋਂ ਇਸ ਕਰਕੇ ਜਿਹੜੀ ਬਾਕੀਆਂ ਗੱਲਾਂ ਨੂੰ ਛੱਡ ਕੇ ਮੈਨੂੰ ਲੱਗਦਾ ਨਹੀਂ ਕਿ ਚੰਨੀ ਨੂੰ ਚਮਕੌਰ ਸਾਹਿਬ ਤੋਂ ਐਡਾ ਖਤਰਾ ਹੋਵੇ। ਇਸ ਕਰਕੇ ਮੈਨੂੰ ਦੂਜੀ ਗੱਲ ਜਿਹੜੀ ਆ ਉਹ ਜ਼ਿਆਦਾ ਲੱਗਦੀ ਹੈ ਕਿ ਮਾਲਵੇ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਆਭਾਰ ਵੱਧ ਹੋਣ ਕਰਕੇ ਚੰਨੀ ਨੂੰ ਉੱਥੇ ਭੇਜਿਆ ਗਿਆ। ਉਹਨੂੰ ਹਲਕੇ ਤੋਂ ਪਹਿਲਾਂ ਇਹ ਗੱਲ ਚੱਲਦੀ ਸੀ ਵੀ ਚੰਨੀ ਨੂੰ ਜਿਹੜਾ ਹੈ ਇਹ ਆਦਮਪੁਰ ਤੋਂ ਚੋਣ ਲੜਾਈ ਜਾਵੇ, ਪਰ ਇਹ ਬਦਲ ਕੇ ਭਦੌੜ ਤੋਂ ਲੈ ਕੇ ਜਾਣਾ ਇਹੀ ਇੱਕ ਸੰਕੇਤ ਹੋ ਸਕਦਾ ਹੈ। ਨਹੀਂ, ਉਦੋਂ ਪਹਿਲਾਂ ਜੰਮੂ ਜੀ ਇਹ ਵੀ ਆਈ ਸੀ, ਮਹਿਲ ਕਲਾਂ ਦਾ ਨਾਮ ਹੀ ਆਇਆ ਸੀ। ਹਾਂਜੀ, ਮਹਿਲ ਕਲਾਂ ਦਾ ਵੀ ਆਇਆ ਸੀ। ਮਹਿਲ ਕਲਾਂ ਤੋਂ ਬਾਅਦ ਜਿਹੜਾ ਨਾ ਭਦੌੜ ਆਇਆ। ਦੋਨੋਂ ਹੀ ਹਲਕੇ ਜਿਹੜੇ ਇੱਥੋਂ ਪਿਰਮਲ ਸਿੰਘ ਖਾਲਸਾ ਸੀ ਆਮ ਆਦਮੀ ਪਾਰਟੀ ਦੇ, ਪਿਛਲੀ ਵਾਰੀ ਜਿੱਤੇ, ਜਿਹੜੇ ਕਾਂਗਰਸ ਸ਼ਾਮਲ ਹੋ ਗਏ, ਉਸ ਹਲਕੇ ਤੋਂ ਜਿਹੜਾ ਇਹਨਾਂ ਨੂੰ ਭਦੌੜ ਤੋਂ ਜਿਹੜਾ ਐਲਾਨਿਆ ਗਿਆ। ਉੱਥੋਂ ਕਦੇ ਜਿਹੜੇ ਆ ਇਸ ਵੇਲੇ ਲੋਕ ਸਭਾ ਮੈਂਬਰ ਨੇ ਮੁਹੰਮਦ ਸਦੀਕ, ਉਹ ਕਦੇ ਚੋਣ ਜਿੱਤੇ ਸੀਗੇ ਪਿਛਲੀ ਵਾਰੀ, ਤੇ ਉਹਨਾਂ ਦੀ ਥਾਂ ਤੇ ਇਹਨਾਂ ਨੂੰ ਜਿਹੜਾ ਇੱਥੋਂ ਐਲਾਨਿਆ ਗਿਆ। ਪਰ ਉਹ ਤੇ ਜੰਮੂ ਜੀ ਇਹ ਤਾਂ ਗੱਲ ਹੈਗੀ ਹੈ ਕਿ ਜਿਹੜੀ ਪਰ ਆਮ ਤੌਰ ਤੇ ਜਿਸ ਤਰ੍ਹਾਂ ਦੀ ਕਾਂਗਰਸ ਦੇ ਵਿੱਚ ਇਸ ਵੇਲੇ ਹਾਲਤ ਬਣੀ ਹੈ, ਜੇ ਤੁਹਾਡੇ ਧਿਆਨ 'ਚ ਹੋਵੇ ਤਾਂ ਜਦੋਂ 2007 ਤੇ 2012 'ਚ ਕਾਂਗਰਸ ਹਾਰੀ ਸੀ ਤਾਂ ਇਸ ਕਿਸਮ ਦੀ ਹੀ ਬਗਾਵਤ ਸੀਗੀ। ਇਸ ਤਰ੍ਹਾਂ ਹੀ ਆਜ਼ਾਦ ਉਮੀਦਵਾਰ ਜਿਹੜੇ ਸੀਗੇ ਕਾਂਗਰਸ ਦੇ ਖੜੇ ਸੀ ਤੇ ਉਹਨਾਂ ਨੂੰ ਮਨਾਇਆ ਨਹੀਂ ਸੀ ਗਿਆ। ਤੇ ਤੁਹਾਡੇ ਧਿਆਨ 'ਚ ਹੋਵੇ ਕਿ 2017 ਦੇ ਵਿੱਚ ਬਕਾਇਦਾ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਨਾਰਾਜ਼ ਸੀਗੇ ਉਮੀਦਵਾਰ ਜਾਂ ਬਾਗੀ ਹੋਏ ਸੀਗੇ, ਉਹਨਾਂ ਨੂੰ ਮਨਾਇਆ ਸੀ, ਉਹਨਾਂ ਦੇ ਕੋਲ ਤੱਕ ਗਏ ਸੀ, ਉਹਨਾਂ ਦੇ ਘਰਾਂ ਤੱਕ ਪਹੁੰਚੇ ਸੀ। ਪਰ ਇਸ ਵਾਰ ਅਜੇ ਤੱਕ ਇਦਾਂ ਦਾ ਕੋਈ ਯਤਨ ਕਾਂਗਰਸ ਲੀਡਰਸ਼ਿਪ ਵੱਲੋਂ ਨਜ਼ਰ ਨਹੀਂ ਆਉਂਦਾ, ਕਿਉਂਕਿ ਇਸ ਵੇਲੇ ਜਿਹੜੀ ਲੀਡਰਸ਼ਿਪ ਹੈ ਉਹਦਾ ਕਿਸੇ ਦਾ ਵੀ ਏਡਾ ਕੈਪਟਨ ਅਮਰਿੰਦਰ ਸਿੰਘ ਜਿੱਡਾ ਪਾਰਟੀ ਦੇ ਅੰਦਰ ਕੱਦ ਨਹੀਂ ਹੈ ਕਿ ਉਹ ਜਾ ਕੇ ਉਹਨਾਂ ਨੂੰ ਰੋਕ ਸਕੇ। ਕਿਉਂਕਿ ਜਿਸ ਤਰ੍ਹਾਂ ਦੀ ਗੁੱਟਬੰਦੀ ਹੈ, ਗੁੱਟਬੰਦੀ 'ਚ ਇਹਨਾਂ ਨੇ ਇੱਕ ਦੂਸਰੇ ਦੀਆਂ ਟਿਕਟਾਂ ਕਟਾਈਆਂ ਜ਼ਰੂਰ ਹੈ। ਕਿਸੇ ਨੂੰ ਹੁਣ ਜਿਵੇਂ 2 ਥਾਵਾਂ ਤੋਂ ਚਰਨਜੀਤ ਚੰਨੀ ਨੂੰ ਲੜਾਤਾ, ਪਰ ਉਹਨਾਂ ਦੇ ਭਰਾ ਨੂੰ ਟਿਕਟ ਨਹੀਂ ਦਿੱਤੀ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਹੜੀ ਬੀਬੀ ਰਜਿੰਦਰ ਕੌਰ ਭੱਠਲ ਹੈ, ਉਹਨਾਂ ਦਾ ਜਿਹੜਾ ਰਿਸ਼ਤੇਦਾਰ ਹੈ ਵਿਕਰਮ ਬਾਜਵਾ, ਉਹਨੂੰ ਸਾਹਨੇਵਾਲ ਤੋਂ ਟਿਕਟ ਦੇ ਦਿੱਤੀ। ਇਸ ਤਰ੍ਹਾਂ ਹੀ ਜਿਹੜੇ ਹੋਰ ਬਹੁਤ ਸਾਰੇ ਜਿਹੜੇ ਲਗਭਗ ਜਿਹੜੀ ਗਿਣਤੀ ਜੰਮੂ ਜੀ ਆ ਰਹੀ ਹੈ 16, 17, 18 ਤੱਕ ਜਾਂਦੀ ਹੈ। ਉਵੇਂ ਤਾਂ ਜਿਹੜੇ ਆਪਣੇ ਨਵਜੋਤ ਸਿੱਧੂ, ਉਹਨਾਂ ਦੇ ਭਤੀਜੇ ਨੂੰ ਵੀ ਦਿੱਤੀ ਗਈ ਆਪਣੇ ਉਹੀ ਅਮਰਗੜ੍ਹ ਤੋਂ। ਮੈਂ ਉਹੀ ਗੱਲ ਕਰ ਰਿਹਾ ਕਿ ਲੇਕਿਨ ਦੇਖੋ ਕਿੰਨੇ ਜਿਹੜੇ ਭਤੀਜੇ ਹੈ, ਕਿੰਨੇ ਪੁੱਤਰ ਹੈ, ਵੱਡੇ ਲੀਡਰ ਆਪਣੇ ਆਪ ਨੂੰ ਪਿੱਛੇ ਲਈ ਜਾ ਰਹੇ। ਆਪਣੇ ਜਿਹੜੀ ਅੱਗੇ ਪਰਿਵਾਰ ਦੇ ਮੈਂਬਰ ਹੈ, ਚਾਹੇ ਪੁੱਤਰ ਹੈ, ਚਾਹੇ ਭਤੀਜਾ ਹੈ, ਚਾਹੇ ਕੋਈ ਨੂੰਹ ਹੈ, ਕਿਸੇ ਨਾ ਕਿਸੇ ਤਰ੍ਹਾਂ ਜਾਂ ਧੀ ਹੈ, ਉਹਨਾਂ ਨੂੰ ਅੱਗੇ ਲਿਆਂਦਾ ਗਿਆ। 16, 17 ਕੇਸ ਤਾਂ ਇਦਾਂ ਦੇ ਬਣਦੇ ਆ ਜਿਹੜੇ
ਮਤਲਬ ਜਿਹੜੀ ਬਗਾਵਤ ਤੋਂ ਬਚ ਗਿਆ ਕਿ ਉਹਨਾਂ ਨੇ ਆਪਦੇ ਰਿਸ਼ਤੇਦਾਰਾਂ ਨੂੰ ਟਿਕਟ ਦਵਾ ਲਈ ਤੇ ਉਹ ਪਾਰਟੀ ਦੇ ਨਾਲ ਖੜੇ ਰਹਿ ਗਏ। ਇਹਦੇ ਵਿੱਚ ਜਿਹੜੀ ਨਾ ਅੰਗਦ ਸਿੰਘ ਸੈਣੀ ਦੀ ਜਿਹੜੀ ਟਿਕਟ ਕੱਟੇ ਜਾਣਾ ਉਹ ਜ਼ਿਆਦਾ ਦਿਲਚਸਪ ਹੈ। ਉਹਦੀ ਪਤਨੀ ਉੱਤਰ ਪ੍ਰਦੇਸ਼ ਤੋਂ ਪਹਿਲਾਂ ਕਾਂਗਰਸ ਦੀ ਐਮਐਲਏ ਸੀ, ਫਿਰ ਉਹ ਬੀਜੇਪੀ 'ਚ ਚਲੇ ਗਈ, ਹੁਣ ਬੀਜੇਪੀ ਦੇ ਟਿਕਟ ਤੇ ਲੜ ਰਹੀ ਹੈ। ਤੇ ਇਸ ਕਰਕੇ ਕਿਉਂਕਿ ਪਤਨੀ ਉਹਦੀ ਬੀਜੇਪੀ ਹੈ ਤੇ ਕਾਂਗਰਸ ਹਾਈ ਕਮਾਂਡ ਦੇ ਖਿਲਾਫ ਵੀ ਉਹ ਗੱਲਾਂ ਕਰਦੀ ਹੈ, ਬੋਲਦੀ ਹੈ ਉਹਨਾਂ ਦੇ ਖਿਲਾਫ। ਇਸ ਕਰਕੇ ਅੰਗਦ ਸਿੰਘ ਸੈਣੀ ਨੂੰ ਆਪਣੀ ਪਤਨੀ ਕਾਰਨ ਮੇਰਾ ਖਿਆਲ ਉਹਦੀ ਬਲੀ ਦਿੱਤੀ ਗਈ ਆ, ਉਹਨੂੰ ਹਟਾ ਦਿੱਤਾ ਗਿਆ ਤੇ ਉਥੋਂ ਉਤਾਰਿਆ ਸੈਣੀ ਨੂੰ ਹੀ ਗਿਆ। ਸਤਵੀਰ ਸਿੰਘ ਸੈਣੀ ਜਿਹੜੇ ਇਹ ਅਮਰਿੰਦਰ ਨਾਲ ਚਲੇ ਗਏ ਸੀਗੇ, ਉਹਨਾਂ ਨੂੰ ਉੱਥੋਂ ਟਿਕਟ ਦਿੱਤੀ ਨਵਾਂ ਸ਼ਹਿਰ ਤੋਂ। ਹਾਂ ਨਹੀਂ ਉਹੀ ਜੰਮੂ ਜੀ ਗੱਲ ਹੈ ਨਾ ਕਿ ਵੀ ਹੁਣ ਤੁਸੀਂ ਇੱਕ ਪਾਸੇ ਤਾਂ ਇੰਨੀ ਗੱਲ ਦੇ ਪਿੱਛੇ ਤੁਸੀਂ ਇਹ ਸਾਰਾ ਕੁਝ ਕਰ ਰਹੇ ਹੋ। ਜਿਸ ਤਰ੍ਹਾਂ ਹੁਣ ਯੂਪੀ ਦੀ ਤੁਸੀਂ ਗੱਲ ਕੀਤੀ ਹੈ, ਯੂਪੀ 'ਚ ਹੁਣ ਕੱਲੀ ਇਹ ਤਾਂ ਗਈ ਨਹੀਂ ਹੈ ਕਿ ਵੀ ਕੱਲੀ ਇਹ ਭਾਜਪਾ 'ਚ ਗਈ ਆ, ਉੱਥੋਂ ਦੇ ਜਿਹੜੇ ਬੜੇ ਵੱਡੇ ਲੀਡਰ ਸੀਗੇ ਆਰਪੀਐਨ ਸਿੰਘ ਜਿਹੜੇ ਕੇਂਦਰੀ ਮੰਤਰੀ ਸੀ ਉਹ ਵੀ ਭਾਜਪਾ 'ਚ ਚਲੇ ਗਏ। ਇਸ ਤੋਂ ਇਲਾਵਾ ਇੱਕ ਬਹੁਤ ਵੱਡੇ ਜਿਹੜੇ ਮੁਸਲਿਮ ਭਾਈਚਾਰੇ ਦੇ ਲੀਡਰ ਸੀ ਉਹ ਵੀ ਗਏ, ਮਤਲਬ ਕਾਫੀ ਗਏ ਲੋਕ। ਪਰ ਇਹ ਜ਼ਰੂਰ ਹੈਗਾ ਕਿ ਵੀ ਜਿਸ ਢੰਗ ਨਾਲ ਉਸ ਗੱਲ ਨੂੰ ਜੇ ਆਧਾਰ ਬਣਾ ਕੇ ਇਹ ਕੱਟੀ ਗਈ ਹੈ ਟਿਕਟ, ਤਾਂ ਇਹ ਤਾਂ ਕੁਦਰਤੀ ਗੱਲ ਹੈ ਕਿ ਫਿਰ ਉਹਨਾਂ ਦੀ ਆਪਣੀ ਕਾਰਗੁਜ਼ਾਰੀ ਤਾਂ ਕੋਈ ਨਹੀਂ ਦੇਖੀ ਗਈ ਕਿ ਉਹਨੇ ਉਸ ਬੰਦੇ ਨੇ ਉਸ ਇਲਾਕੇ 'ਚ ਕੀ ਕੀਤਾ। ਸਿਰਫ ਇੱਕੋ ਹੀ ਗੱਲ ਆਧਾਰ ਬਣੀ ਕਿ ਉਹਦੀ ਜਿਹੜੀ ਘਰ ਵਾਲੀ ਹੈ, ਹੁਣ ਅਸੀਂ ਦੇਖਦੇ ਹਾਂ ਕਿ ਕਈ ਪਰਿਵਾਰਾਂ 'ਚ ਇੱਕੋ ਗੱਲ ਨਹੀਂ, ਇਹਦੇ 'ਚ ਕੁਝ ਗੱਲਾਂ ਹੋਰ ਵੀ ਨੇ, ਇੱਕ ਨਹੀਂ ਹੋਰ ਗੱਲਾਂ ਵੀ ਨੇ ਜਿਹਦਾ ਕਰਕੇ ਉਹਦੀ ਟਿਕਟ ਕੱਟ ਗਈ। ਇੱਕ ਮਤਲਬ ਉਹਦੇ ਰੇਤਾ ਵਾਲਾ ਮਾਮਲਾ ਵੀ ਕਿਤੇ ਨਾ ਕਿਤੇ ਜੁੜਦਾ ਹੈ, ਪਰ ਮੇਨ ਗੱਲ ਉਹਦੀ ਪਤਨੀ ਵਾਲੀ ਹੈ। ਉਹ ਰੇਤਾ ਵਾਲਾ ਮਾਮਲਾ ਤਾਂ ਕਈਆਂ ਹੋਰਾਂ ਨਾਲ ਵੀ ਜੁੜਦਾ ਨਾ, ਉਹਨਾਂ ਦੀਆਂ ਟਿਕਟਾਂ ਨਹੀਂ ਕੱਟੀਆਂ ਗਈਆਂ। ਸੁਖਪਾਲ ਭੁੱਲਰ ਆ, ਉਹਨੂੰ ਅਲਟੀਮੇਟਲੀ ਖੇਮ ਕਰਨ ਤੋਂ ਉਹਦਾ ਬਹੁਤ ਵਿਰੋਧ ਸੀਗਾ। ਇਹ ਚਰਚਾ ਸੀ ਵੀ ਇਹ ਨਹੀਂ ਜਿੱਤੂਗਾ। ਨਹੀਂ ਉਹ ਤਾਂ ਅਟਾਰੀ 'ਚ ਵੀ ਤਾਂ ਇਹੀ ਕੁਝ ਵਾਪਰਿਆ। ਹਾਂ, ਅਟਾਰੀ ਦੇ ਵਿੱਚ ਕਾਂਗਰਸ ਦੀ ਅੰਦਰੂਨੀ ਸਿਆਸਤ ਹੈ। ਇੱਕ ਪਾਸੇ ਜਿਹੜਾ ਰਾਜਕੁਮਾਰ ਵੇਰਕਾ ਹੈ, ਇੱਕ ਪਾਸੇ ਕੋਈ ਹੋਰ ਆਗੂ ਨੇ, ਉਹਨਾਂ ਦੀ ਜਿਹੜੀ ਹੈ ਜਿਹੜੇ ਉੱਥੋਂ ਐਮਪੀ ਨੇ ਔਜਲਾ, ਉਹਨਾਂ ਦਾ ਮਾਮਲਾ ਵੀ ਕਈ ਤਰੀਕੇ ਦੀਆਂ ਉਹ ਅਲਟੀਮੇਟਲੀ ਜਿਹੜੀ ਆ ਉਹ ਤਰਸੇਮ ਸਿੰਘ ਸਿਆਲਕਾ ਨੂੰ ਟਿਕਟ ਦਿੱਤੀ ਗਈ, ਜਦੋਂ ਕਿ ਤਰਸੇਮ ਸਿੰਘ ਡੀਸੀ ਉੱਥੋਂ ਜਿੱਤੇ ਹੋਏ ਸੀਗੇ, ਉਹਨਾਂ ਦੇ ਜ਼ਿਆਦਾ ਅਸਾਰ ਸੀਗੇ। ਉਹ ਧੜੇਬਾਜ਼ੀ ਕਾਂਗਰਸ ਦੀ ਉਹਦੇ ਵਿੱਚੋਂ ਜਿਹੜਾ ਸਿਆਲਕਾ ਟਿਕਟ ਲੈਣ ਦੇ ਵਿੱਚ ਸਫਲ ਰਹੇ। ਪਰ ਜੰਮੂ ਜੀ ਇੱਕ ਗੱਲ ਤਾਂ ਬੜੀ ਸਪਸ਼ਟ ਹੈਗੀ ਹੈ ਨਾ ਕਿ ਵੀ ਜੇ ਇਸ ਤਰ੍ਹਾਂ ਦੀਆਂ ਬਾਕੀ ਸਰਗਰਮੀਆਂ ਜਾਰੀ ਰਹਿੰਦੀਆਂ ਜਾਂ ਇਹਨਾਂ ਦਾ ਕੋਈ ਹੱਲ ਨਹੀਂ ਕੱਢਦੀ ਪਾਰਟੀ, ਤਾਂ ਉਹਦੇ 'ਚ ਕਾਂਗਰਸ ਦੀ ਖੇਡ ਤਾਂ ਵਿਗੜਦੀ ਹੈ ਨਾ। ਆਓ ਇਸ ਸਥਿਤੀ ਦੇ ਵਿੱਚ ਇਹ ਹੋ ਸਕਦਾ ਵੀ ਸੈਲਫ ਗੋਲ ਵਾਲੀ ਗੱਲ ਨਾ ਬਣ ਜਾਏ। ਆਹੋ ਸੈਲਫ ਗੋਲ ਹੀ ਹੋਇਆ ਸੀਗਾ ਜਦੋਂ 2012 'ਚ ਕਾਂਗਰਸ ਨੂੰ ਲੱਗਦਾ ਕਿ ਅਸੀਂ ਜਿੱਤਿਆ, 2007 'ਚ ਵੀ ਲੱਗਦਾ। ਅਗਰ ਨਹੀਂ ਤੇ ਜੋ ਆਪਣੇ ਪੰਜਾਬ ਦਾ ਇਤਿਹਾਸ ਹੈ ਪਿਛਲਾ, ਉਹਦੇ ਤੇ ਜੰਮੂ ਜੀ ਇਹ ਸੀਗਾ ਕਿ ਇੱਕ ਵਾਰੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਗਵਰਨਮੈਂਟ ਹੈ, ਅਗਲੀ ਵਾਰ ਕਾਂਗਰਸ ਦੀ ਹੈ। ਹੁਣ ਜੇ ਅਸੀਂ ਇਤਿਹਾਸ ਤੇ ਜਾਈਏ ਤਾਂ ਹੋ ਸਕਦਾ ਇਤਿਹਾਸ ਇਸ ਵਾਰ ਦੁਹਰਾਇਆ ਜਾਂਦਾ ਹੈ ਕਿ ਨਹੀਂ ਦੁਹਰਾਇਆ ਜਾਂਦਾ, ਕਿ ਕਾਂਗਰਸ ਨੂੰ ਇਹ 5 ਸਾਲ ਮਿਲਦੇ ਆ ਕਿ ਨਹੀਂ ਮਿਲਦੇ, ਕਿ ਜਾਂ ਜਿਹੜਾ ਪੰਜਾਬ ਦਾ ਵੋਟਰ ਹੈ ਇਸ ਗੱਲ ਦਾ ਫੈਸਲਾ ਕਰਦਾ ਹੈ ਕਿ ਇਹਨਾਂ ਨੇ ਅੱਗੇ 5 ਸਾਲ ਲੈ ਲਿਆ, ਹੁਣ ਕਿਸੇ ਹੋਰ ਨੂੰ ਮੌਕਾ ਦਿੱਤਾ ਜਾਵੇ। ਇਹ ਗੱਲ ਵੀ ਤਾਂ ਸਥਿਤੀ ਇਸ ਪਾਸੇ ਨੂੰ ਜਾ ਸਕਦੀ ਹੈ ਨਾ। ਨਹੀਂ, ਬਿਲਕੁਲ ਜਾ ਸਕਦੀ ਹੈ। ਇਹ ਅਜੇ ਅਗਲੇ ਦਿਨਾਂ ਦੇ ਵਿੱਚ ਮੇਰੇ ਖਿਆਲ ਜਦੋਂ 4-5 ਦਿਨ ਰਹਿ ਜਾਣਗੇ ਵੋਟਾਂ ਪੈਣ ਦੇ ਵਿੱਚ, ਉਦੋਂ ਜਾ ਕੇ ਸਥਿਤੀ ਜਿਹੜੀ ਤਸਵੀਰ ਆ ਉਦੋਂ ਸਾਫ਼ ਹੋਏਗੀ। ਅਜੇ ਸਥਿਤੀ ਜਿਹੜੀ ਗੁੰਝਲਦਾਰ ਹੈ। ਪਰ ਇਸੇ ਦੌਰਾਨ ਜਿਹੜਾ ਪਟਿਆਲੇ ਦਾ ਹਲਕਾ ਹੈ, ਜਿੱਥੋਂ ਮਤਲਬ ਕੈਪਟਨ ਅਮਰਿੰਦਰ ਸਿੰਘ ਅੱਜ ਨੋਮੀਨੇਸ਼ਨ ਦਾਖਲ ਕਰਨਗੇ, ਉੱਥੋਂ ਜਿਹੜਾ ਕਾਂਗਰਸ ਨੇ ਕਾਂਗਰਸ ਨੂੰ ਛੱਡ ਕੇ ਸੀਗੇ ਵਿਸ਼ਨੂੰ ਦਾਸ ਸ਼ਰਮਾ, ਉਹਨਾਂ ਨੂੰ ਉਹਨਾਂ ਦੇ ਮੁਕਾਬਲੇ ਜਿਹੜਾ ਉਮੀਦਵਾਰ ਬਣਾ ਦਿੱਤਾ ਪਟਿਆਲੇ ਤੋਂ। ਭਾਵੇਂ ਕਿ ਲਾਲ ਸਿੰਘ ਵੀ ਦਾਅਵੇਦਾਰ ਸੀ, ਬ੍ਰਹਮਿੰਦਰਾ ਵੀ ਚਾਹੁੰਦਾ ਸੀ ਟਿਕਟ ਉਹਨੂੰ ਮਿਲ ਜੇ, ਪਰ ਉਹਨਾਂ ਨੂੰ ਦੋਨਾਂ ਦੇ ਬੱਚਿਆਂ ਨੂੰ, ਲੜਕਿਆਂ ਨੂੰ ਟਿਕਟਾਂ ਦੇ ਕੇ ਕਾਂਗਰਸ ਨੇ ਐਡਜਸਟ ਕਰ ਲਿਆ। ਪਰ ਵਿਸ਼ਨੂੰ ਸ਼ਰਮਾ ਦਾ ਜਿਹੜਾ ਉਸ ਹਲਕੇ ਤੋਂ ਉਤਾਰਨ ਦਾ ਇਹੀ ਸਮਝਿਆ ਜਾਂਦਾ ਵੀ ਉਹ ਹਿੰਦੂ ਚਿਹਰੇ ਨੂੰ ਇਸ ਕਰਕੇ ਤਾਰਿਆ ਗਿਆ ਕਿਉਂਕਿ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਜਨੇਜੋ ਨੇ, ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤ ਸਿੰਘ ਕੋਹਲੀ ਨੇ, ਵੀ ਇਹ ਤਿੰਨ ਜਿਹੜੇ ਸਿੱਖ ਚਿਹਰੇ ਹੋਣਗੇ, ਚੌਥਾ ਜਿਹੜਾ ਹਿੰਦੂ ਚਿਹਰਾ ਹੋਊਗਾ, ਤੇ ਪਟਿਆਲੇ ਦੀ ਵਸੋਂ ਦੇ ਵਿੱਚ ਇਹ ਤਾਂ ਵੈਸੇ ਵੀ ਜੰਮੂ ਜਾਂ ਪਿਛਲੇ ਦਿਨਾਂ 'ਚ ਕਾਂਗਰਸ ਸ਼ਾਮਲ ਹੋਏ ਆ। ਨਵਜੋਤ ਸਿੰਘ ਸਿੱਧੂ ਹੋਣਾ ਨੇ ਜਿੱਦਣ ਇਹਨਾਂ ਨੂੰ ਆਸ਼ੀਰਵਾਦ ਦਿੱਤਾ, ਪਹਿਲਾਂ ਤਾਂ ਇਹ ਵੀ ਪਾਸੇ ਹੋਏ ਸੀ। ਹਾਂਜੀ। ਇਹ ਸਿਆਸਤ ਦੇ ਵਿੱਚ ਅੱਜ ਕੱਲ ਇਹ ਗੱਲ ਤਾਂ ਰਹਿ ਹੀ ਨਹੀਂ ਗਈ ਵੀ ਅੱਜ ਸ਼ਾਮਲ ਹੋ ਰਿਹਾ ਜਾਂ ਕੱਲ ਸ਼ਾਮਲ ਹੋ ਰਿਹਾ। ਕਈ ਵਾਰੀ ਵੈਸੇ ਜੰਮੂ ਜੀ ਇੱਕ ਬੜਾ ਦਿਲਚਸਪ ਪੱਖ ਵੀ ਹੈਗਾ ਜਿਹਦੇ ਗੱਲ ਘੱਟ ਹੋ ਰਹੀ ਹੈ ਕਿ ਤੁਸੀਂ ਦੇਖੋ ਕਿ ਵੀ ਸਾਰੀਆਂ ਪਾਰਟੀਆਂ 'ਚ ਲਗਭਗ 300-400 ਬੰਦਾ ਹੈ ਜਿਹੜਾ ਉਹੀ ਘੁੰਮੀ ਜਾ ਰਿਹਾ। ਜੇ ਇੱਕ ਪਾਰਟੀ 'ਚ ਟਿਕਟ ਨਹੀਂ ਮਿਲਦੀ ਉਹ ਦੂਜੀ ਚਲੇ ਜਾਂਦਾ, ਦੂਜੀ 'ਚ ਮਿਲਦੀ ਤੀਜੀ ਚਲੇ ਜਾਂਦਾ। ਮਤਲਬ ਉਹ 400 ਬੰਦੇ ਦੇ ਵਿੱਚ ਜਿਹੜੀ ਹੈ ਸਾਰੀ ਖੇਡ ਜਿਹੜੀ ਹੈ ਪੰਜਾਬ ਦੀ ਰਾਜਨੀਤੀ ਦੀ ਉਹ ਘੁੰਮੀ ਜਾਂਦੀ ਹੈ। ਮਤਲਬ ਇਹ ਅਨਫੋਰਚੂਨੇਟ ਹੈ। ਮਤਲਬ ਇਹ ਕੋਈ ਗੱਲ ਹੈ ਹੀ ਨਹੀਂ ਕਿ ਵੀ ਜਿਹੜੀ ਪਹਿਲਾਂ ਸੀ ਪ੍ਰਤੀਬੱਧਤਾ ਹੈਗੀ ਆ, ਮਤਲਬ ਕਮਿਟਮੈਂਟ ਆ, ਵਚਨਬੱਧਤਾ ਵਾਲਾ ਕੋਈ ਮਾਮਲਾ ਹੀ ਨਹੀਂ ਰਹਿ ਗਿਆ। ਹੁਣ ਤਾਂ ਇਹ ਹੈ ਵੀ ਜਿੱਧਰੋਂ ਟਿਕਟ ਮਿਲਦੀ ਉਦੋਂ ਟਿਕਟ ਲਓ। ਇੱਕ ਬਿਜ਼ਨਸ ਜਿਹੜਾ
ਉਹ ਸਿਆਸਤ ਬਣਦੀ ਜਾ ਰਹੀ ਹੈ। ਇੱਕ ਉਹ ਨਿੱਜੀ ਹਿੱਤ ਹੀ ਆ ਗਿਆ ਨਾ, ਲੋਕਾਂ ਨਾਲ ਤਾਂ ਕੋਈ ਸਰੋਕਾਰ ਨਹੀਂ, ਲੋਕਾਂ ਨਾਲ ਸਿਰਫ ਵਾਅਦੇ ਆ ਜਾਂ ਜਿਹੜੇ ਕੋਈ ਲਾਲਚ ਦੇਣੇ ਆ, ਤੁਸੀਂ ਉਹਨਾਂ ਨੂੰ ਵੋਟ ਲੈ ਨਹੀਂ, ਕੇ। ਦੇਖੋ ਇਹ ਦੇਖਣਾ ਬੜਾ ਇੰਟਰਸਟਿੰਗ ਹੋਏਗਾ, ਇਹਨਾਂ ਦੀ ਜਾਇਦਾਦਾਂ ਦੇ ਵੇਰਵੇ ਦੇਖਣ ਵਾਲੇ ਹੋਣਗੇ। ਅੱਜ ਹੀ ਜਿਹੜੇ ਆ 2 ਵੇਰਵੇ ਮੈਂ ਪੜ੍ਹ ਰਿਹਾ ਸੀਗਾ, ਇੱਕ ਉੱਤਰਾਖੰਡ ਦੇ ਜਿਹੜੇ ਮੁੱਖ ਮੰਤਰੀ ਹੈ ਉਹਨਾਂ ਦੀ ਪਿਛਲੇ 5 ਸਾਲਾਂ 'ਚ ਜਿਹੜੀ ਆ ਆਮਦਨ ਜਿਹੜੀ ਆ ਉਹ ਕਈ ਗੁਣਾ 10 ਗੁਣਾ ਵੱਧ ਗਈ ਹੈ। ਹੁਣੇ ਮਨਪ੍ਰੀਤ ਬਾਦਲ ਦਾ ਇੱਕ ਮੈਂ ਪੜ੍ਹ ਰਿਹਾ ਸੀਗਾ, ਉਹਦੀ ਆਮਦਨ ਪਿਛਲੇ 5 ਸਾਲਾਂ 'ਚ ਦੁੱਗਣੀ ਹੋ ਗਈ ਹੈ। ਮਤਲਬ ਇਹ ਉਹ ਤਾਂ ਜੰਮੂ ਜੀ ਹੈ ਹੀ ਆ, ਉਹ ਤਾਂ ਸਾਰਿਆਂ ਦਾ ਹੀ, ਇਹ ਜਿੰਨੇ ਕੋਈ ਵੀ ਜਿਹੜਾ ਉਮੀਦਵਾਰ ਹੈ ਜੰਮੂ ਜੀ, ਉਹ ਕਰੋੜਪਤੀ ਤੋਂ ਘੱਟ ਤਾਂ ਹੈ ਹੀ ਨਹੀਂ ਨਾ। ਨਹੀਂ ਕਰੋੜਪਤੀ ਤਾਂ ਅੱਜ ਦੀ ਕੋਈ ਗੱਲ ਹੀ ਨਹੀਂ, ਗੱਲ ਤਾਂ ਇਹ ਹੈ ਵੀ ਉਹ ਆਮਦਨ ਦੇ ਵਿੱਚ ਵਾਧਾ ਕਿਸ ਰਫ਼ਤਾਰ ਨਾਲ ਹੋ ਰਿਹਾ, ਇਹ ਗੱਲ ਹੋ ਗਈ ਹੈ। ਉਹ ਤਾਂ ਜੰਮੂ ਜੀ ਜਦੋਂ ਤੁਸੀਂ ਬੇਕਾਰੀ ਬਿਜ਼ਨਸ ਰਹੇ ਹੋ ਤੇ ਫਿਰ ਵਾਧਾ ਤਾਂ ਹੋਏਗਾ ਹੀ ਨਾ, ਜੇ ਤਾਂ ਲੋਕ ਸੇਵਾ ਕਰ ਰਹੇ ਹੋ ਫਿਰ ਤਾਂ ਠੀਕ ਹੈ। ਉਹਨਾਂ ਦੀ ਇਸ ਕਰਕੇ ਚਰਚਾ ਕੀਤੀ ਕਿਉਂਕਿ ਉਹ ਆਪਣੇ ਆਪ ਨੂੰ ਜਿਹੜਾ ਬੜਾ ਸ਼ਹੀਦ ਆਜ਼ਮ ਭਗਤ ਸਿੰਘ ਨਾਲ ਜੋੜ ਕੇ ਮਤਲਬ ਇਨਕਲਾਬੀ ਲਫਾਜੀ ਵਰਤਦੇ ਆ, ਇਸ ਕਰਕੇ ਥੋੜਾ ਜਿਹਾ ਜ਼ਿਕਰ ਕੀਤਾ, ਮਤਲਬ ਵੀ ਉਹ ਨਹੀਂ ਇਸ ਤਰੀਕੇ ਜ਼ਿਕਰ ਤਾਂ ਜੰਮੂ ਜੀ ਵੈਸੇ ਸਾਰੇ ਹੀ ਸਾਨੂੰ ਅੰਕੜੇ ਲੈ ਕੇ ਤੇ ਜ਼ਿਕਰ ਇਹਦੇ ਤੇ ਸਾਨੂੰ ਵੱਖਰਾ ਹੀ ਸ਼ੋਅ ਕਰਨਾ। ਹਾਂਜੀ ਜੰਮੂ ਜੀ, ਅੱਗੇ ਤੁਸੀਂ ਪੈਗਾਸਸ ਦੀ ਗੱਲ ਕਰ ਰਹੇ। ਹਾਂਜੀ, ਪੈਗਾਸਸ ਪਾਰਲੀਮੈਂਟ ਦਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਤੇ ਉਹਦੇ ਵਿੱਚ ਜਿਹੜੇ ਨਵੇਂ ਤੱਥ ਆਏ ਆ ਉਹਨਾਂ ਦੇ ਮੁਤਾਬਕ ਤੇ ਜਿਹੜਾ ਕਾਂਗਰਸ ਦਾ ਹਮਲਾ ਤੇ ਬਾਕੀ ਪਾਰਟੀਆਂ ਦਾ ਹਮਲਾ, ਉਹਦੇ ਤੋਂ ਇਹ ਲੱਗਦਾ ਕਿ ਕੇਂਦਰ ਸਰਕਾਰ ਇਸ ਮੁੱਦੇ ਤੇ ਘਿਰਦੀ ਜਾ ਰਹੀ ਹੈ। ਇੱਕ ਨਵੀਂ ਪਟੀਸ਼ਨ ਜਿਹੜੀ ਆ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਹੈ ਕਿ ਇਸ ਮੁੱਦੇ ਦੇ ਉੱਪਰ ਕੇਂਦਰ ਸਰਕਾਰ ਨੇ ਜਿਹੜਾ ਝੂਠ ਬੋਲਿਆ ਤੇ ਇਸ ਕਰਕੇ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ। ਕਾਂਗਰਸ ਨੇ ਹਮਲਾ ਕੀਤਾ ਵੀ ਇਹ ਦੇਸ਼ ਧਰੋਹ ਵਰਗੀ ਕਾਰਵਾਈ ਇਹਨਾਂ ਦੀ, ਇਸ ਕਰਕੇ ਇਹਨਾਂ ਦੇ ਵਿਰੁੱਧ। ਜੰਮੂ ਜੀ ਦੇਖੋ ਪਹਿਲਾਂ ਵੀ ਸੁਪਰੀਮ ਕੋਰਟ ਦੇ ਵਿੱਚ ਕੇਸ ਹੈ, ਸੁਪਰੀਮ ਕੋਰਟ ਦੀ ਅਗਵਾਈ 'ਚ ਇੱਕ ਕਮੇਟੀ ਬਣੀ ਹੈ ਜਿਹੜੀ ਇਹ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹੁਣ ਜਿਹੜਾ ਨਵਾਂ ਤੱਥ ਸਾਹਮਣੇ ਆਇਆ ਉਹਦੀ ਰੌਸ਼ਨੀ ਵਿੱਚ ਇਹ ਗੱਲ ਹੋਰ ਵੀ ਜ਼ਿਆਦਾ ਗੰਭੀਰ ਹੋ ਗਈ ਹੈ ਕਿ ਜਿਸ ਤਰ੍ਹਾਂ ਨਿਊਯਾਰਕ ਟਾਈਮਜ਼ ਨੇ ਇੱਕ ਰਿਪੋਰਟ ਛਾਪੀ ਹੈ ਔਰ ਉਸ ਰਿਪੋਰਟ ਦੇ ਵਿੱਚ ਬਕਾਇਦਾ ਉਹਨਾਂ ਨੇ ਕਿਹਾ ਕਿ 2017 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਇਸਰਾਈਲ ਗਏ ਸੀ ਤਾਂ ਉਦੋਂ 2 ਅਰਬ ਅਮਰੀਕਨ ਡਾਲਰ ਦਾ ਜਿਹੜਾ ਹਥਿਆਰਾਂ ਦਾ ਸੌਦਾ ਹੋਇਆ ਸੀ ਤੇ ਉਹ ਜਿਹੜਾ ਹਥਿਆਰਾਂ ਦਾ ਸੌਦਾ ਹੋਇਆ ਸੀਗਾ ਉਸ ਦੇ ਵਿੱਚ ਹੀ ਇਹ ਜਿਹੜਾ ਪੈਗਾਸਸ ਹੈ ਉਹ ਖਰੀਦਿਆ ਗਿਆ। ਔਰ ਬਕਾਇਦਾ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈਗਾ ਨਿਊਯਾਰਕ ਟਾਈਮ ਨੇ ਕਿ ਕਿਹੜੇ ਹੋਰ ਦੇਸ਼ਾਂ 'ਚ ਪੋਲੈਂਡ ਹੈ, ਇੱਕ ਦੋ ਹੋਰ ਦੇਸ਼ ਹੈ ਜਿਨ੍ਹਾਂ ਨੇ ਇਹ ਖਰੀਦਿਆ ਸੀਗਾ। ਔਰ ਇਹ ਤਾਂ ਜਿਹੜੀ ਗੱਲ ਸਰਕਾਰ ਪਹਿਲਾਂ ਕਹਿ ਰਹੀ ਸੀ ਕਿ ਕੋਰਟ ਵੀ ਇਹ ਗੱਲ ਕਹਿ ਰਹੇ ਸੀ ਕਿ ਕੋਈ ਹਥਿਆਰ ਨਹੀਂ ਖਰੀਦਿਆ ਗਿਆ ਜਾਂ ਕੋਈ ਪੈਗਾਸਸ ਵਰਗੀ ਚੀਜ਼ ਨਹੀਂ ਖਰੀਦੀ ਗਈ। ਇੱਕ ਤਾਂ ਉਸ ਗੱਲ ਦਾ ਪਰਦਾਫਾਸ਼ ਹੁੰਦਾ ਹੈ ਕਿ ਬਕਾਇਦਾ ਜਿਹੜੀ ਹੈ ਸੌਦਾ ਹੋਇਆ ਔਰ ਉਹ ਸੌਦੇ ਦੇ ਤਹਿਤ ਇਹ ਜਿਹੜੀ ਹੈ ਸਰਕਾਰ ਨੇ ਖਰੀਦ ਕੀਤੀ ਹੈਗੀ ਹੈ। ਦੂਸਰੀ ਗੱਲ ਜਿਹੜੀ ਹੈ ਕਿ ਵੀ ਬਕਾਇਦਾ ਸਰਕਾਰ ਨੇ ਪਿਛਲੇ ਜਿਹੜੀ ਸੈਸ਼ਨ ਸੀਗਾ ਉਹਦੇ ਵਿੱਚ ਵੀ ਇਸ ਬਾਰੇ ਝੂਠ ਬੋਲਿਆ ਔਰ ਜਿਹੜੀ ਹੁਣ ਜਾਂਚ ਚੱਲ ਰਹੀ ਹੈ ਸੁਪਰੀਮ ਕੋਰਟ ਦੀ, ਉਸ ਜਾਂਚ 'ਚ ਜਿਸ ਤਰ੍ਹਾਂ ਦੇ ਕੇਸ ਸਾਹਮਣੇ ਆਏ ਆ, ਜਿਸ ਤਰ੍ਹਾਂ ਦੇ ਬਕਾਇਦਾ ਨਾਮ ਹੀ ਅੱਗੇ ਰਿਪੋਰਟਾਂ ਅਖਬਾਰਾਂ 'ਚ ਛਪ ਚੁੱਕੀਆਂ ਕਿ ਕਿਹੜੇ ਪੱਤਰਕਾਰ, ਜਿਹੜੇ ਜੱਜ ਸੀਗੇ ਜਾਂ ਕਿਹੜੇ ਮੰਤਰੀ ਸੀਗੇ, ਉਹਨਾਂ ਦੇ ਲਈ ਉਹ ਪੈਗਾਸਸ ਦੀ ਵਰਤੋਂ ਕੀਤੀ ਗਈ, ਉਹਨਾਂ ਦੇ ਟੈਲੀਫੋਨਾਂ ਦੇ ਵਿੱਚ ਉਹ ਫਿੱਟ ਕੀਤਾ ਗਿਆ, ਉਹ ਚੀਜ਼ ਉਹਨੂੰ ਇੰਸਟਾਲ ਕੀਤਾ ਗਿਆ। ਤਾਂ ਉਹ ਸਾਰੀ ਗੱਲ ਤਾਂ ਹੁਣ ਆਏਗੀ ਤਾਂ ਜਦੋਂ ਪਾਰਲੀਮੈਂਟ 'ਚ ਜਾਏਗੀ ਤਾਂ ਉੱਥੇ ਰੌਲਾ ਤਾਂ ਪਏਗਾ। ਹੁਣ ਉੱਥੇ ਵੈਸੇ ਵੀ ਜਿਹੜੇ ਮੰਤਰੀ ਨੇ ਅੱਗੇ ਇਸ ਗੱਲ ਤੇ ਝੂਠ ਬੋਲਿਆ ਕਿ ਇਦਾਂ ਵੀ ਅਸੀਂ ਕੋਈ ਚੀਜ਼ ਨਹੀਂ ਖਰੀਦੀ, ਕੋਈ ਸਪਾਈਵੇਅਰ ਨਹੀਂ ਖਰੀਦਿਆ, ਜਾਂ ਉਹਨਾਂ ਨੇ ਇਹ ਕਿਹਾ ਕਿ ਅਸੀਂ ਇਹ ਰਾਸ਼ਟਰ ਹਿੱਤ ਵਿੱਚ ਹੈ, ਜਿਸ ਤਰ੍ਹਾਂ ਕੋਰਟ 'ਚ ਉਹਨਾਂ ਨੇ ਕਿਹਾ ਕਿ ਅਸੀਂ ਇਹ ਦੱਸ ਨਹੀਂ ਸਕਦੇ ਕੌਮੀ ਸੁਰੱਖਿਆ ਦਾ ਮਾਮਲਾ, ਪਰ ਕੋਰਟ ਨੇ ਉਸ ਗੱਲ ਨੂੰ ਨਹੀਂ ਮੰਨਿਆ। ਉਹਨਾਂ ਨੇ ਬਕਾਇਦਾ ਇਹਦੇ ਤੇ ਕਮੇਟੀ ਬਣਾਈ ਹੈ ਔਰ ਉਸ ਕਮੇਟੀ ਦੀ ਵੀ ਮੇਰਾ ਖਿਆਲ ਹੈ ਕਿ ਮਿਆਦ ਜਿਹੜੀ ਹੈ ਮੁੱਕਣ ਵਾਲੀ ਹੈ। ਟਾਈਮ ਹੋ ਸਕਦਾ ਹੈ ਕਿ ਜਿਹੜਾ ਇਹ ਪਾਰਲੀਮੈਂਟ ਦਾ ਜਿਹੜਾ ਬਜਟ ਸੈਸ਼ਨ ਹੈ ਉਸੇ ਦੌਰਾਨ ਹੀ ਉਹਦੀ ਰਿਪੋਰਟ ਵੀ ਆ ਜਾਏ ਜੀ। ਉਹ ਰਿਪੋਰਟ ਵੀ ਆ ਜਾਂਦੀ ਹੈ ਜਿਸ ਤਰ੍ਹਾਂ ਨਿਊਯਾਰਕ ਟਾਈਮਜ਼ ਨੇ ਜਿਹੜੇ ਫੈਕਟ ਸਾਹਮਣੇ ਲਿਆਂਦੇ ਆ ਕਿ ਬਕਾਇਦਾ ਉਹਨਾਂ ਨੇ ਦੱਸਿਆ ਕਿ ਕਿਹੜੇ ਟਾਈਮ ਤੇ ਕੌਣ ਬੰਦਾ ਉੱਥੇ ਗਿਆ ਤੇ ਕਿਹਦੇ ਨਾਲ ਸਮਝੌਤਾ ਹੋਇਆ। ਤੇ ਜੇ ਉਹ ਕਹਿੰਦੇ ਕਿ ਨੇਤਨਯਾਹੂ ਹੀ ਉੱਥੇ ਹੁੰਦਾ ਉੱਥੋਂ ਦਾ ਪ੍ਰਾਈਮ ਮਿਨਿਸਟਰ, ਤਾਂ ਫਿਰ ਸ਼ਾਇਦ ਇਹ ਗੱਲ ਨਾ ਉੱਥੇ ਇਹ ਖੁੱਲਦੀ ਜਾਂ ਇਹ ਨਿਊਯਾਰਕ ਟਾਈਮ ਤੱਕ ਗੱਲ ਇਹ ਨਾ ਇਸ ਢੰਗ ਨਾਲ ਪਹੁੰਚ ਸਕਦੀ ਜਾਂ ਉੱਥੋਂ ਇਹ ਗੱਲ ਲੀਕ ਨਾ ਹੁੰਦੀ ਕਿ ਜੇ ਨੇਤਨਯਾਹੂ ਹੁੰਦਾ, ਕਿਉਂਕਿ ਉੱਥੇ ਸਰਕਾਰ ਬਦਲ ਗਈ ਇਸਰਾਈਲ 'ਚ ਵੀ। ਤਾਂ ਉਹ ਸਾਰਾ ਕੁਝ ਹੁਣ ਜਿਹੜਾ ਹੈ ਸਾਹਮਣੇ ਆ ਰਿਹਾ ਹੈ ਕਿਉਂਕਿ ਬਹੁਤ ਵੱਡੀ ਰਿਪੋਰਟ ਲੱਗੀ ਹੈਗੀ ਆ, ਉਹਨਾਂ ਨੇ ਤਾਂ ਲਾਈ ਹੈਗੀ ਹੈ ਜਿਹੜੀ ਨਿਊਯਾਰਕ ਟਾਈਮ। ਮਤਲਬ ਕੇਂਦਰ ਸਰਕਾਰ ਇਹਦਾ ਕੋਈ ਜਵਾਬ ਨਹੀਂ ਦੇ ਰਹੀ। ਇਹ ਕੇਵਲ ਇੱਕ ਕੇਂਦਰੀ ਮੰਤਰੀ ਨੇ ਕਿਹਾ ਵੀ ਇਹ ਸਪਾਰੀ ਟਾਈਮ ਹੈ, ਮਤਲਬ ਇਹ ਕਹਿ ਕੇ ਮਤਲਬ ਮਾਮਲੇ ਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮਤਲਬ ਇਹ ਤਾਂ ਸਗੋਂ ਇਹਦੇ ਸਰਕਾਰ ਹੋਰ ਫਸੇਗੀ ਕਿ ਜੇ ਸਪਾਰੀ ਟਾਈਮ ਕਹਿ ਰਹੀ ਹੈ ਤਾਂ ਹੁਣ ਜੋ ਕੁਝ ਇੱਥੇ ਮੀਡੀਆ 'ਚ ਹੋ ਰਿਹਾ ਉਹ ਵੀ ਤਾਂ ਸਾਨੂੰ ਦੇਖ ਹੀ ਲੈਣਾ ਚਾਹੀਦਾ ਨਾ। ਫਿਰ ਬਿਲਕੁਲ ਜੋ ਕੁਝ ਇਸ ਵੇਲੇ ਵਾਪਰ ਰਿਹਾ, ਮੈਨੂੰ ਲੱਗਦਾ ਨਹੀਂਗਾ ਇਸ ਮਾਮਲੇ 'ਚ ਕੇਂਦਰ ਸਰਕਾਰ ਨੂੰ ਕੋਈ ਰਸਤਾ ਮਿਲੇ। ਇਹ ਠੀਕ ਹੈ, ਉਹਦੀ ਬਹੁ ਗਿਣਤੀ ਹੈ, ਵੱਡੀ ਬਹੁ ਗਿਣਤੀ ਹੈ ਲੋਕ ਸਭਾ 'ਚ,
ਪਰ ਇਸ ਮਾਮਲੇ ਤੇ ਸਰਕਾਰ ਜਿਹੜੀ ਇੱਕ ਵਾਰੀ ਮੇਰੇ ਖਿਆਲ ਕਾਫੀ ਜ਼ਿਆਦਾ ਘਿਰ ਗਈ ਨਹੀਂ ਹੈ। ਘਿਰ ਗਈ ਜੰਮੂ ਜੀ ਸਰਕਾਰ, ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜੇ ਸੁਪਰੀਮ ਕੋਰਟ ਦੀ ਜਿਹੜੀ ਪੈਨਲ ਹੈ ਉਹਦੀ ਮਿਆਦ ਵੀ ਖਤਮ ਹੋਣ ਵਾਲੀ ਹੈ, ਜੇ ਉਹਦੀ ਰਿਪੋਰਟ ਵੀ ਆ ਜਾਂਦੀ ਹੈ ਜਾਂ ਸੁਪਰੀਮ ਕੋਰਟ ਸੈਸ਼ਨ ਚੱਲਦੇ, ਕਿਉਂਕਿ ਸੈਸ਼ਨ ਹੁਣ ਚੱਲਣਾ, ਉਸ ਤੋਂ ਬਾਅਦ ਮਾਰਚ 'ਚ ਫੇਰ ਹੈ ਜੇ, ਤੇ ਉਹਦੇ ਨਾਲ ਹੀ ਜਿਹੜਾ ਕੱਲ ਸੈਸ਼ਨ ਚੱਲਣਾ ਰਾਸ਼ਟਰਪਤੀ ਦੇ ਇਹ ਭਾਸ਼ਣ ਤੋਂ ਬਾਅਦ, ਜਦੋਂ ਉਹਨਾਂ ਨੇ ਬਿੱਲ ਜਿਹੜਾ ਬਕਾਇਦਾ ਬਜਟ ਦੀ ਜਿਹੜੀ ਹੈਗਾ ਆਰਥਿਕ ਸਰਵੇਖਣ ਵੀ ਪੇਸ਼ ਹੋਣਾ ਹੈਗਾ, ਤਾਂ ਉਹ ਸਾਰੇ ਸਮੇਂ ਦੇ ਦੌਰਾਨ ਇਹ ਮਾਮਲੇ ਤਾਂ ਉੱਠਣੇ ਹੀ ਉੱਠਣੇ ਆ ਨਾ। ਅਲਟੀਮੇਟਲੀ ਜਿਹੜਾ ਸੈਸ਼ਨ ਇੰਨੇ ਦਿਨ ਚੱਲਣਾ ਹੈਗਾ, ਪੈਗਾਸਸ ਦਾ ਉੱਠੇਗਾ, ਕਿਸਾਨਾਂ ਦਾ ਮੁੱਦਾ ਉੱਠੇਗਾ, ਕਿਉਂਕਿ ਕਿਸਾਨਾਂ ਨਾਲ ਜਿਹੜਾ ਸਮਝੌਤਾ ਹੋਇਆ ਸੀਗਾ ਉਹ ਵੀ ਤਾਂ ਜਿਹੜੇ MSP ਦਾ ਮਾਮਲਾ ਸੀ, ਜਿਹੜੇ ਉਹਨਾਂ ਦੇ ਕੇਸ ਬਣੇ ਉਹਨਾਂ ਦਾ ਮਾਮਲਾ ਸੀ, ਬਿਜਲੀ ਬਿੱਲ ਦਾ ਮਾਮਲਾ ਸੀ, ਔਰ ਪਰਾਲੀ ਜਿਹੜੇ ਸਾੜਨ ਦਾ ਮਾਮਲਾ ਸੀ, ਉਹ ਸਾਰੇ ਮਾਮਲੇ ਤਾਂ ਜੇ ਕਿਸਾਨਾਂ ਦੇ ਵੀ ਉੱਤੇ ਉਦਾਂ ਹੀ ਪਏ, ਉਹਨਾਂ ਦਾ ਵੀ ਕੋਈ ਹੱਲ ਨਹੀਂ ਨਿਕਲਿਆ। ਸੋ ਇਸ ਕਰਕੇ ਜਿਹੜਾ ਇਸ ਵਾਰ ਅਜਲਾਸ ਹੈ ਜੰਮੂ ਜੀ ਬਹੁਤ ਹੰਗਾਮਿਆਂ ਪੂਰਨ ਹੋਏਗਾ, ਔਰ ਜਿਸ ਤਰ੍ਹਾਂ ਪਿਛਲੀ ਵਾਰ ਵੀ ਔਰ ਜਿਸ ਤਰ੍ਹਾਂ ਕਾਂਗਰਸ ਨੇ ਵੀ ਐਲਾਨ ਕੀਤਾ ਹੈ ਕਿ ਉਹ ਬਾਕੀ ਵਿਰੋਧੀ ਧਿਰਾਂ ਨਾਲ ਮਿਲ ਕੇ ਤਾਂ ਇਹ ਸਾਰੇ ਮੁੱਦੇ ਜਿਹੜੇ ਹੈ, ਮਹਿੰਗਾਈ ਦਾ ਮੁੱਦਾ ਹੈ, ਬੇਰੁਜ਼ਗਾਰੀ ਦਾ ਮੁੱਦਾ ਹੈ, ਨੌਜਵਾਨ ਕਿਸ ਤਰ੍ਹਾਂ ਜਿਹੜੇ ਹੈ ਐਜੀਟੇਸ਼ਨ ਕਰ ਰਹੇ ਹੈ, ਜਿਹੜਾ ਰੇਲਵੇ 'ਚ ਐਡਾ ਵੱਡਾ ਨੌਕਰੀਆਂ ਦਾ ਨਿਕਲਿਆ ਸੀਗਾ ਉਹ ਕੋਈ ਉਹਦੇ ਐਗਜ਼ਾਮ ਨਹੀਂ ਹੋ ਰਹੇ, ਔਰ ਸਰਕਾਰ ਨੇ ਬਕਾਇਦਾ 800 ਕਰੋੜ ਤੋਂ ਉੱਪਰ ਰੁਪਈਆ ਉਸ ਜਿਹੜੇ ਵਿੱਚ ਇਕੱਠਾ ਕੀਤਾ। 2 ਕਰੋੜ ਤੇ 42 ਲੱਖ ਨੌਜਵਾਨ ਸੀਗੇ ਜਿਨ੍ਹਾਂ ਨੇ ਅਪਲਾਈ ਕੀਤਾ, ਔਰ ਉਹਦੇ 'ਚ 500 ਰੁਪਈਆ ਪਰ ਐਪਲੀਕੇਸ਼ਨ ਸੀ। ਤੁਸੀਂ ਦੇਖੋ ਨਾ ਕਿੰਨਾ ਪੈਸਾ ਇਕੱਠਾ ਹੋਇਆ ਸਰਕਾਰ ਕੋਲੇ ਸਾਰੇ ਦਾ। ਸੋ ਇਸ ਕਰਕੇ ਇਹ ਰੌਲਾ ਤਾਂ ਪਾਰਲੀਮੈਂਟ 'ਚ ਪਏਗਾ ਔਰ ਹੰਗਾਮਿਆਂ ਪੂਰਨ ਸੈਸ਼ਨ ਹੋਏਗਾ। ਇਹ ਪਰ ਜਿਸ ਤਰ੍ਹਾਂ ਪਹਿਲਾਂ ਵੀ ਧੱਕਾ ਹੁੰਦਾ ਰਿਹਾ ਪਾਰਲੀਮੈਂਟ, ਜਿਸ ਤਰ੍ਹਾਂ ਬਿੱਲ ਪਾਸ ਕੀਤੇ ਜਾਂਦੇ ਆ, ਉਹ ਸਾਰੇ ਨੂੰ ਵਿਰੋਧੀ ਧਿਰ ਜਿਹੜੀ ਹੈ ਉਹ ਕਿਸ ਤਰ੍ਹਾਂ ਉਹਨੂੰ ਫਾਈਟ ਬੈਕ ਕਰਦੀ ਹੈ, ਉਹਦੇ ਖਿਲਾਫ ਕਿਸ ਤਰ੍ਹਾਂ ਇਕੱਠੀ ਹੋ ਕੇ ਲੜਾਈ ਲੜਦੀ ਹੈ, ਇਹ ਵੀ ਦੇਖਣ ਵਾਲਾ ਰਹੇਗਾ ਇਸ ਪਾਰਲੀਮੈਂਟ ਸੈਸ਼ਨ ਦੇ ਵਿੱਚ। ਦੇਖੋ ਅੱਜ ਜਿਹੜਾ ਦੇਸ਼ ਭਰ ਦੇ ਕਿਸਾਨ ਜਿਹੜੇ ਆ ਉਹ ਵਿਸ਼ਵਾਸਘਾਤ ਦਿਵਸ ਮਨਾ ਰਹੇ ਆ। ਉਹਦੇ ਵਿੱਚ ਜਿਹੜੇ 6 ਮੰਗਾਂ ਮੰਨੀਆਂ ਸੀਗੀਆਂ, ਚਲੋ ਤਿੰਨੇ ਖੇਤੀ ਕਾਨੂੰਨ ਤਾਂ ਰੱਦ ਕਰ ਦਿੱਤੇ ਗਏ ਸੀ, ਉਸ ਤੋਂ ਬਾਅਦ ਕਿਸਾਨਾਂ ਵਿਰੁੱਧ ਦਰਜ ਕੇਸ ਵਾਪਸ ਲੈਣਾ, MSP ਤੇ ਕਮੇਟੀ ਬਣਾਉਣਾ, ਜਿਹੜਾ ਕਿਸਾਨਾਂ ਦੇ ਵਾਰਸਾਂ ਨੂੰ ਜਿਹੜੇ ਮਾਰੇ ਗਏ 700 ਕਿਸਾਨ ਜਿਹੜੇ ਸ਼ਹੀਦੀਆਂ ਪਾ ਗਏ ਸੀਗੇ ਉਹਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣਾ, ਮਤਲਬ ਤਕਰੀਬਨ 6 ਮਾਮਲੇ ਸੀ ਜਿਹੜੇ ਕੇਂਦਰ ਸਰਕਾਰ ਨੇ ਮੰਨ ਲਏ ਸੀ। ਹੁਣ ਉਹਨਾਂ ਦੇ ਉੱਪਰ ਗੱਲ ਜਦੋਂ ਮੋਰਚੇ 'ਚ ਬਖਰਾ ਆ ਗਿਆ, ਮੋਰਚੇ ਦੇ ਵਿੱਚ ਟੁੱਟ ਭੱਜ ਹੋ ਗਈ ਹੈ, ਕੁਝ ਚੋਣਾਂ ਲੜਨ ਲੱਗ ਗਿਆ, ਉਹ ਤੋਂ ਬਾਅਦ ਕੇਂਦਰ ਸਰਕਾਰ ਨੇ ਉਸ ਮਾਮਲੇ ਦੇ ਉੱਪਰ ਮੁੜ ਕੇ ਕਿਸਾਨਾਂ ਨਾਲ ਗੱਲਬਾਤ ਨਹੀਂ ਕੀਤੀ। ਇਸ ਦੇ ਵਿਰੋਧ ਦੇ ਵਿੱਚ ਜਿਹੜੇ ਰਕੇਸ਼ ਟਕੈਤ ਹੋਣੀ ਆ ਉਹਨਾਂ ਐਲਾਨ ਕੀਤਾ, ਪਿਛਲੇ ਦਿਨ ਹੀ ਐਲਾਨ ਕੀਤਾ ਸੀਗਾ, ਤੇ ਅੱਜ ਦੇਸ਼ ਭਰ ਦੇ ਵਿੱਚ ਉਹ ਤਾਂ ਜਦੋਂ ਜੀ ਐਲਾਨ ਤਾਂ ਉਹ ਬਕਾਇਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਹੋਣਾ, ਜਿਹੜਾ ਕੌਮੀ ਪੱਧਰ ਤੇ ਬਣਿਆ ਹੋਇਆ। ਹਾਂਜੀ, ਤੇ ਉਸੇ ਤਹਿਤ ਹੀ ਅੱਜ ਜਿਹੜਾ ਦੇਸ਼ ਭਰ ਦੇ ਵਿੱਚ ਵਿਸ਼ਵਾਸਘਾਤ ਦਿਵਸ ਮਨਾਇਆ ਜਾ ਰਿਹਾ, ਤੇ ਇਹਦਾ ਜਿਹੜਾ ਇੰਪੈਕਟ ਆ, ਜਿਹੜਾ ਅਸਰ ਹੈ ਪੰਜਾਬ, ਯੂਪੀ, ਉੱਤਰਾਖੰਡ, ਇਹਨਾਂ 3 ਸੂਬਿਆਂ 'ਚ ਤਾਂ ਬਾਕੀ ਦੇਸ਼ ਦੇ ਵਿੱਚ ਵੀ ਹੋਏਗਾ, ਪਰ ਇਹਨਾਂ 3 ਸੂਬਿਆਂ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਪੈਣ ਦੀ ਸੰਭਾਵਨਾ, ਤੇ ਕੁਝ ਥਾਵਾਂ ਦੇ ਉੱਪਰ ਬੀਜੇਪੀ ਦੇ ਉਮੀਦਵਾਰਾਂ ਦਾ ਅਜੇ ਵੀ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ। ਕੱਲ ਹੀ ਇੱਕ ਉਮੀਦਵਾਰ ਜਿਹੜਾ ਉਹਨੂੰ ਬੀਜੇਪੀ ਦਾ ਉਮੀਦਵਾਰ, ਉਹਨੂੰ ਕਿਸਾਨਾਂ ਨੇ ਸਵਾਲ ਕੀਤੇ ਸੀ ਵੀ ਤੁਸੀਂ ਆ ਗਏ ਇੱਥੇ ਚੋਣ ਲੜਨ ਤੇ ਸਾਡੇ ਨਾਲ ਜਿਹੜਾ ਵਿਸ਼ਵਾਸਘਾਤ ਕੀਤਾ ਉਹਦਾ ਜਵਾਬ ਕੌਣ ਦੇਗਾ? ਉਹ ਤਾਂ ਜੰਮੂ ਜੀ ਠੀਕ ਹੈ ਤੁਹਾਡੀ ਗੱਲ, ਇਹ ਤਾਂ ਹੋ ਰਿਹਾ ਕਿਉਂਕਿ ਕਈ ਹੋਰ ਪਾਰਟੀਆਂ ਨਾਲ ਵੀ ਹੋ ਰਿਹਾ, ਜਿਸ ਤਰ੍ਹਾਂ ਕਿ ਕਾਕਾ ਰਣਦੀਪ ਸਿੰਘ ਜਿਹੜੇ ਨਾਭੇ ਵਾਲੇ ਆ, ਉਹਨਾਂ ਨਾਲ ਵੀ ਜਿਸ ਤਰ੍ਹਾਂ ਮੂੰਹ ਦੇ ਵਿੱਚ ਇੱਕ ਔਰਤ ਨੇ ਸਵਾਲ ਕੀਤਾ ਤਾਂ ਜਿਸ ਤਰ੍ਹਾਂ ਸਟੇਜ ਤੇ ਬਹਿਸ ਉਹਨਾਂ ਨਾਲ ਇੱਕ ਦੂਜੇ ਨਾਲ ਹੁੰਦੀ ਹੈ। ਚਲੋ ਇਹ ਮਾਮਲੇ ਹੈਗੇ ਆ, ਪਰ ਇਹ ਜ਼ਰੂਰ ਹੈ ਜੰਮੂ ਜੀ ਕਿ ਜਿਹੜਾ ਕਿਸਾਨਾਂ ਵਾਲਾ ਮਾਮਲਾ ਠੀਕ ਹੈ, ਪੰਜਾਬ 'ਚ ਕੁਝ ਜਥੇਬੰਦੀਆਂ ਚੋਣਾਂ ਲੜ ਰਹੀਆਂ, ਪਰ ਜਿਹੜੀਆਂ ਜਥੇਬੰਦੀਆਂ ਚੋਣਾਂ ਨਹੀਂ ਲੜ ਰਹੀਆਂ ਉਹਨਾਂ ਨੇ ਪੰਜਾਬ ਵਿੱਚ ਵੀ ਇਸ ਐਕਸ਼ਨ ਨੂੰ ਵੱਡੇ ਪੱਧਰ ਤੇ ਕਰਨ ਦੇ ਲਈ ਜਿਹੜਾ ਆਪਣੀਆਂ ਮੀਟਿੰਗਾਂ ਕਰਕੇ ਆਪਣੇ ਆਪ ਨੂੰ ਜਥੇਬੰਦ ਕਰਕੇ ਕਿ ਕਿਸ ਤਰ੍ਹਾਂ ਉਹਨਾਂ ਨੇ ਡਿਊਟੀਆਂ ਲਾਈਆਂ ਹੈਗੀਆਂ, ਤੇ ਜਿਸ ਤਰ੍ਹਾਂ ਦਾ ਇਹ ਸਾਰਾ ਸਰਕਾਰ ਦਾ ਵਤੀਰਾ ਹੈਗਾ, ਉਸ ਵਤੀਰੇ ਦੇ ਖਿਲਾਫ ਕਿਸਾਨੀ ਦੇ ਵਿੱਚ ਦੇਖੋ ਜਿਹੜੀ ਪੱਛਮੀ ਯੂਪੀ ਤੁਸੀਂ ਗੱਲ ਕੀਤੀ ਹੈ, ਪੱਛਮੀ ਯੂਪੀ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਹੈ ਉਹਨਾਂ ਨੂੰ ਕਿਤੇ ਉਹਨਾਂ ਦੇ ਪੈਰ ਨਹੀਂ ਲੱਗ ਰਹੇ, ਔਰ ਉੱਥੋਂ ਸਭ ਤੋਂ ਵੱਧ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੇ ਅੰਦਰ ਘਬਰਾਹਟ ਵੀ ਹੈਗੀ ਹੈ, ਔਰ ਉਹ ਸਾਰਾ ਇਲਾਕਾ ਜਿਹੜੀ ਕਿਸਾਨ ਬੈਲਟ ਹੈ ਜਾਂ ਜਿਹਨੇ ਕਿਸਾਨ ਅੰਦੋਲਨ 'ਚ ਹਿੱਸਾ ਲਿਆ, ਉਹਦੇ ਨਾਲ ਜਿਹੜੀਆਂ ਤੁਸੀਂ ਗੱਲਾਂ ਗਿਣਾਈਆਂ ਹੈਗੀਆਂ ਕਿਸਾਨਾਂ ਦੀਆਂ ਮੰਗਾਂ ਦਾ, ਉਹਦੇ ਵਿੱਚ ਜੰਮੂ ਜੀ ਉਹ ਵੀ ਸ਼ਾਮਲ ਸੀਗਾ ਕਿ ਜਿਹੜਾ ਲਖੀਮਪੁਰ ਕਾਂਡ ਹੋਇਆ ਸੀਗਾ, ਤੇ ਜਿਹੜਾ ਉੱਥੋਂ ਦਾ ਜਿਹੜੇ ਗੱਡੀ ਜਿਹਨੇ ਚੜਾਈ ਸੀ, ਜਿਹੜਾ ਮੰਤਰੀ ਦਾ ਮੁੰਡਾ ਸੀ, ਉਹਦੇ ਖਿਲਾਫ ਹੁਣ ਚਾਰਜ ਸ਼ੀਟ ਵੀ ਦਾਇਰ ਹੋ ਗਈ ਹੈ, ਸਾਰਾ ਕੁਝ ਕਲੀਅਰ ਹੋ ਗਿਆ ਕਿ ਉਹ ਸਾਰਾ ਕਿਸ ਤਰ੍ਹਾਂ ਸ਼ਾਮਲ ਸੀਗੇ ਉਹਦੇ ਵਿੱਚ, ਤਾਂ ਉਹ ਵੀ ਅਜੇ ਤੱਕ ਉਸ ਤਰ੍ਹਾਂ ਗ੍ਰਹਿ ਮੰਤਰੀ ਦੇ ਜਿਹੜਾ ਗ੍ਰਹਿ ਰਾਜ ਮੰਤਰੀ ਉਹਦੇ ਮੰਗ ਹੁੰਦੀ ਰਹੀ ਵੀ ਉਹਨੂੰ ਹਟਾਇਆ ਜਾਵੇ ਟ੍ਰੇਨਿੰਗ, ਮਤਲਬ ਅਜੇ ਤੱਕ ਜਿਹੜਾ ਨਹੀਂ ਹਟਾਇਆ ਗਿਆ। ਉਹਦਾ ਨਾਂ ਹਟਾਉਣ ਦਾ ਕਾਰਨ ਹੈ ਕਿ ਉਹ ਬ੍ਰਾਹਮਣ ਵਸੋਂ ਦੇ ਵਿੱਚ ਹੈ ਤੇ ਬੀਜੇਪੀ ਅਫੋਰਡ ਨਹੀਂ ਕਰਦੀ ਵੀ ਉਹਨੂੰ ਹਟਾਇਆ ਜਾਵੇ। ਵੋਟਰ ਪਹਿਲਾਂ ਬਾਕੀ ਨਾਰਾਜ਼ ਹੈ ਤੇ ਉਹ ਵੀ ਨਾਰਾਜ਼ ਨਾ ਹੋ ਜਾਣ,
ਇਹ ਇੱਕ ਕਾਰਨ ਦੱਸਿਆ ਜਾ ਰਿਹਾ, ਇਸ ਕਰਕੇ ਇਹ ਉਹਨੂੰ ਕਾਰਨ ਤਾਂ ਜੰਮੂ ਜੀ ਹੋ ਸਕਦਾ, ਪਰ ਕਿਸਾਨਾਂ ਨਾਲ ਪਹਿਲਾਂ ਇਹ ਗੱਲ ਤਾਂ ਹੋਈ ਸੀ ਨਾ, ਜਦੋਂ ਗੱਲ ਸ਼ੁਰੂ ਹੋਈ ਸੀਗੀ। ਠੀਕ ਹੈ ਕਿ ਉਹਨਾਂ ਜਿਹੜੀਆਂ ਮੰਗਾਂ ਦਾ ਚਾਰਟਰ ਬਾਅਦ ਚ ਬਣਿਆ, ਉਹਦੇ ਚ ਕਿਸਾਨਾਂ ਵੱਲੋਂ ਵੀ ਇਹ ਗੱਲ ਸ਼ਾਮਲ ਨਹੀਂ ਕੀਤੀ ਗਈ, ਪਰ ਇਸ ਗੱਲ ਦਾ ਉੱਥੇ ਰਿਜ਼ੈਂਟਮੈਂਟ ਤਾਂ ਹੈ ਹੀ ਹੈ ਨਾ ਸਾਰੇ ਉਸ ਖੇਤਰ ਚ, ਕਿਉਂਕਿ ਬਿਲਕੁਲ ਉੱਥੋਂ ਦੇ ਜਿਹੜੇ ਬਕਾਇਦਾ ਬੀਜੇਪੀ ਦੇ MP ਹੈਗੇ ਆ ਵਰਨ ਗਾਂਧੀ, ਉਹ ਬਾਰ-ਬਾਰ ਇਹਨਾਂ ਚੀਜ਼ਾਂ ਨੂੰ ਉਠਾ ਤਾਂ ਰਹੇ ਹੀ ਹੈ। ਹਾਂਜੀ ਹਾਂਜੀ ਹਾਂਜੀ, ਮੇਰੇ ਖਿਆਲ ਇਹ ਜਿਹੜਾ ਅੱਜ ਵਿਸ਼ਵਾਸਘਾਤ ਦਿਵਸ ਮਨਾਇਆ ਜਾ ਰਿਹਾ, ਜੇ ਇਹਦੇ ਦੇ ਉੱਪਰ ਅੱਜ ਮੇਰੇ ਖਿਆਲ ਕਾਫੀ ਹੰਗਾਰਾ ਕਿਸਾਨਾਂ ਨੂੰ ਮਿਲੇਗਾ, ਤੇ ਜਿੰਨਾ ਹੰਗਾਰਾ ਮਿਲੇਗਾ ਉਨਾ ਹੀ ਬੀਜੇਪੀ ਦੇ ਖਿਲਾਫ ਜਾਏਗਾ। ਨਹੀਂ ਸੋ ਜੰਮੂ ਹੀ ਜਾਏਗਾ ਵੀ, ਤਾਂ ਓਨਾ ਹੀ ਪਾਰਲੀਮੈਂਟ ਦੇ ਵਿੱਚ ਵਿਰੋਧ ਵੀ ਤਿੱਖਾ ਹੋਏਗਾ। ਵਿਰੋਧੀ ਪਾਰਟੀਆਂ ਨੂੰ ਵੀ ਇਹਦੇ ਨਾਲ ਹੋਰ ਜਿਹੜਾ ਹੈ ਪੁਸ਼ ਮਿਲੇਗਾ, ਹੌਸਲਾ ਮਿਲੇਗਾ, ਤੇ ਉਹ ਹੋਰ ਵੀ ਜ਼ੋਰਦਾਰ ਢੰਗ ਨਾਲ ਪਾਰਲੀਮੈਂਟ ਦੇ ਅੰਦਰ ਇਸ ਗੱਲ ਨੂੰ ਉਠਾਉਣਗੇ। ਤੋ ਮੇਰਾ ਖਿਆਲ ਹੈ ਕਿ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਅੱਜ ਸ਼ੁਰੂ ਹੋ ਰਿਹਾ ਹੈ, ਇਹਦੇ ਵਿੱਚ ਜਿਹੜਾ ਤੁਸੀਂ ਸਰਵੇ ਦੀ ਗੱਲ ਕੀਤੀ ਹੈ, ਜਿਹੜਾ ਅਗਲਾ ਆਰਥਿਕ ਸਰਵੇਖਣ ਉਹ ਵੀ ਅੱਜ ਹੀ ਪੇਸ਼ ਕੀਤਾ ਜਾਣਾ, ਕਿਉਂਕਿ ਕੱਲ ਹਾਂਜੀ ਬਜਟ ਹਾਂਜੀ ਪੇਸ਼ ਕੀਤਾ ਜਾਣਾ, ਤੇ ਇਹ ਸੈਸ਼ਨ ਦੇ ਵਿੱਚ ਕਾਫੀ ਜਿਹੜੀ ਆ ਹੰਗਾਮੇ ਹੋਣਗੇ। ਤੇ ਮੇਰਾ ਖਿਆਲ ਜਿਵੇਂ ਪਿਛਲਾ ਸੈਸ਼ਨ ਗਿਆ ਸੀਗਾ ਉਸੇ ਵਰਗਾ ਹੀ ਇਹ ਸੈਸ਼ਨ ਹੋ ਸਕਦਾ, ਕਿਉਂਕਿ ਮੈਨੂੰ ਲੱਗਦਾ ਕਿ ਜਸੂਸੀ ਕਾਂਡ ਜਿਹੜਾ ਮਹਿੰਗਾਈ, ਜਸੂਸੀ ਕਾਂਡ, ਬੇਰੁਜ਼ਗਾਰੀ ਤੇ ਕਿਸਾਨਾਂ ਦੇ ਮੁੱਦੇ ਤੇ ਹੋਰ ਕੋਈ ਛੋਟੇ ਮੋਟੇ ਮਾਮਲੇ ਇਸ ਸੈਸ਼ਨ ਦੇ ਵਿੱਚ ਛਾਏ ਰਹਿਣਗੇ। ਇਹ ਸੈਸ਼ਨ ਮੇਰਾ ਮੁੱਖ ਖਿਆਲ ਮਾਮਲੇ ਤਾਂ ਜੰਮੂ ਜੀ ਇਹੀ ਰਹਿਣੇ ਆ, ਜਿਹੜੇ ਤੁਸੀਂ ਗਿਣੇ ਆ ਨਾ 4 ਮੁੱਖ ਮਾਮਲੇ ਤਾਂ ਇਹੀ ਰਹਿਣਗੇ। ਬਾਕੀ ਇਹਨਾਂ ਨਾਲ ਜੁੜਦੇ ਮਾਮਲੇ ਹੋਰ ਵੀ ਉੱਠਦੇ ਰਹਿਣਗੇ। ਤੋਂ ਮੈਨੂੰ ਲੱਗਦਾ ਕਿ ਹਾਕਮ ਧਿਰ ਬੀਜੇਪੀ ਜਿਹੜੀ ਇਸ ਵੇਲੇ ਘਿਰਦੀ ਲੱਗਦੀ ਹੈ, ਇੰਨੀ ਸ਼ਾਇਦ ਅੱਗੇ ਕਦੇ ਨਹੀਂ ਸੀ ਘਿਰੀ। ਤੇ ਮੈਨੂੰ ਲੱਗਦਾ ਕਿ ਮੋਦੀ ਸਰਕਾਰ ਨੂੰ ਜਿਹੜਾ ਮਹਿੰਗਾਈ ਦੇ ਘਿਰਨ ਤੋਂ ਉੱਪਰ ਵੀ ਇਲਾਵਾ ਜੰਮੂ ਜੀ ਲਾਜਵਾਬ ਵੀ ਹੈ, ਲਾਜਵਾਬ ਹਾਂਜੀ ਵੀ ਹੈ। ਕਿਸੇ ਗੱਲ ਤੇ ਉਹਨਾਂ ਕੋਲੇ ਕੋਈ ਜਵਾਬ ਨਹੀਂ ਹੈ। ਹਾਂਜੀ, ਤੋ ਹੁਣ ਮਾਮਲਿਆਂ ਨੂੰ ਜਿਹੜਾ ਪ੍ਰਧਾਨ ਮੰਤਰੀ ਦੇ ਜਦੋਂ ਅਸੀਂ ਭਾਸ਼ਣ ਦੇਖਦੇ ਹਾਂ, ਉਹ ਸਿਰਫ ਪਰਿਵਾਰਵਾਦ ਦੀ ਗੱਲ ਕਰਕੇ ਜਾਂ ਕੁਝ ਇਹੋ ਜਿਹੇ ਮਾਮਲੇ ਕਰਕੇ ਮਤਲਬ ਮੁੱਦਿਆਂ ਨੂੰ ਜਿਹੜਾ ਨਾ ਉਹ ਆਸੇ-ਪਾਸੇ ਤੋਰਨ ਦਾ ਯਤਨ ਕਰਦੇ ਆ। ਪਰ ਇਹ ਰੀਅਲ ਜਿਹੜੇ ਇਸ਼ੂ ਆ, ਜਿਹੜੇ ਇਸ ਵੇਲੇ ਉੱਠਣੇ ਸ਼ੁਰੂ ਹੋਏ ਆ, ਇਹਨਾਂ ਦੇ ਉੱਪਰ ਮੇਰਾ ਖਿਆਲ ਬੀਜੇਪੀ ਸਰਕਾਰ ਨੂੰ ਕਾਫੀ ਉਹ ਮੁਸ਼ਕਲਾਂ ਤਾਂ ਦਾ ਜੰਮੂ ਜੀ ਸਾਹਮਣਾ ਜਿਹੜਾ ਜਿਹੜੇ ਕਰਨਾ ਪਏਗਾ। ਜਿਹੜੇ ਜਿਹੜੇ ਇਸ਼ੂਜ਼ ਦੀ ਤੁਸੀਂ ਗੱਲ ਕਰਦੇ ਹੋ, ਇਹ ਤਾਂ ਜਿਹੜੇ 5 ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ, ਉਹਦੇ ਸਾਰੇ 'ਚ ਇਹਨਾਂ ਦੀ ਰਿਫਲੈਕਸ਼ਨ ਹੋ ਰਹੀ ਹੈ। ਯੂਪੀ 'ਚ ਹੋ ਰਹੀ ਹੈ, ਪੰਜਾਬ 'ਚ ਹੋ ਰਹੀ ਹੈ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈਗਾ, ਔਰ ਉੱਤਰਾਖੰਡ 'ਚ ਹੋ ਰਹੀ ਹੈ। ਹਰ ਜਗ੍ਹਾ ਤੇ ਇਸ ਗੱਲ ਦਾ ਇੰਪੈਕਟ ਤਾਂ ਪੈ ਹੀ ਰਿਹਾ, ਕਿਉਂਕਿ ਜਿਹੜਾ ਆਮ ਜਨਤਾ ਦੇ ਉੱਤੇ ਜਿਸ ਤਰ੍ਹਾਂ ਦੀ ਹਾਲਤ ਬਣ ਗਈ ਹੈ, ਮਹਿੰਗਾਈ ਨੇ ਕਰ ਦਿੱਤੀ ਹੈ, ਬੇਰੁਜ਼ਗਾਰੀ ਨੇ ਕਰ ਦਿੱਤੀ ਹੈ, ਔਰ ਇਹ ਸਾਰੀ ਸਥਿਤੀ ਨਾਲ ਜਿਸ ਤਰ੍ਹਾਂ ਲੋਕ ਨਿਪਟ ਰਹੇ ਆ, ਜਿਹੜੀ ਲੋਕਾਂ ਨੂੰ ਕਿਸ ਤਰ੍ਹਾਂ ਜੀਣਾ ਔਖਾ ਹੋਇਆ ਪਿਆ, ਸਾਰੇ ਇਫੈਕਟ ਤਾਂ ਕਰ ਹੀ ਰਹੀ ਹੈ ਨਾ ਸਾਰੇ ਪਾਸੇ। ਤੁਸੀਂ ਦੇਖੋ ਕਿੰਨੇ ਵੱਡੇ ਪੱਧਰ ਤੇ ਉੱਤਰ ਪ੍ਰਦੇਸ਼ ਦੇ ਅੰਦਰ ਵਿਦਿਆਰਥੀਆਂ ਦੇ ਉੱਤੇ ਜਿਸ ਤਰ੍ਹਾਂ ਹੋਸਟਲਾਂ 'ਚ ਵੜ ਕੇ ਪੁਲਿਸ ਨੇ ਉੱਥੇ ਦਰਵਾਜ਼ੇ ਤੋੜ ਕੇ ਉਹਨਾਂ ਦੀ ਕੁੱਟਮਾਰ ਕੀਤੀ, ਉਹਦੇ ਨਾਲ ਬਹੁਤ ਵੱਡੇ ਪੱਧਰ ਤੇ ਰਿਜ਼ੈਂਟਮੈਂਟ ਯੂਪੀ ਦੇ ਅੰਦਰ ਵੀ ਹੈ। ਬਿਹਾਰ ਦੇ ਅੰਦਰ ਜਿਸ ਤਰ੍ਹਾਂ ਯੂਥ ਗੱਡੀਆਂ ਨੂੰ ਸਾੜ ਰਿਹਾ ਹੈ, ਜੇ ਉੱਥੇ ਐਜੀਟੇਸ਼ਨ ਕਰ ਰਿਹਾ ਹੈ, ਸਾਰੀਆਂ ਵਿਰੋਧੀ ਪਾਰਟੀਆਂ ਉਹਨਾਂ ਦੀ ਸਪੋਰਟ ਤੇ ਖੜੀਆਂ ਹੋਈਆਂ। ਸੋ ਇਹ ਜਿਹੜੇ ਬੁਨਿਆਦੀ ਮੁੱਦੇ ਆ, ਇਹ ਅਲਟੀਮੇਟਲੀ ਉੱਭਰ ਕੇ ਸਾਹਮਣੇ ਆਉਣਗੇ। ਜਿਸ ਤਰ੍ਹਾਂ ਤੁਹਾਨੂੰ ਜੇ ਯਾਦ ਹੋਏਗਾ, ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਵੇਲੇ ਇੱਕੋ ਇੱਕ ਮੁੱਦਾ ਸੀਗਾ ਬੇਰੁਜ਼ਗਾਰੀ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਮਾਮਲਾ ਸੀਗਾ, ਜਿਹੜਾ RJD ਨੇ ਉਠਾਇਆ ਸੀ, ਤੇ ਉਹਦੇ ਤੇ ਹੀ ਉਹਨਾਂ ਨੂੰ ਏਡੀ ਵੱਡੀ ਸਫਲਤਾ ਮਿਲੀ ਸੀ। ਸੋ ਮੈਨੂੰ ਲੱਗਦਾ ਕਿ ਜਿਹੜੇ ਮੁੱਦੇ ਹੈ, ਬੇਰੁਜ਼ਗਾਰੀ ਦਾ ਮੁੱਦਾ ਤਾਂ ਅਖਬਾਰਾਂ ਦੀਆਂ ਪਿਛਲੇ 2 ਦਿਨਾਂ ਤੋਂ ਸੁਰਖੀਆਂ ਬਣ ਰਿਹਾ, ਜਿਹੜੀਆਂ ਰਿਪੋਰਟਾਂ ਆ ਰਹੀਆਂ ਵੀ ਬੇਰੁਜ਼ਗਾਰੀ ਦਾ ਮਾਮਲਾ ਹੱਲ ਕਰਨ ਦੇ ਵਿੱਚ ਸਰਕਾਰ ਜਿਹੜੀ ਪੂਰੀ ਤਰ੍ਹਾਂ ਫੇਲ ਹੋਈ ਹੈ, ਤੇ ਉਹ ਜਿਹੜੀ ਬੇਰੁਜ਼ਗਾਰੀ ਆ ਉਹ ਕਰੋੜਾਂ ਦੇ ਵਿੱਚ ਪਹੁੰਚਦੀ ਜਾ ਰਹੀ ਹੈ। ਤੇ ਉਹਦੇ ਵਿੱਚ 1.5 ਕਰੋੜ ਇਹੋ ਜਿਹਾ ਨੌਜਵਾਨ ਜਿਹਨੇ ਬਹੁਤ ਵਾਰੀ ਅਰਜ਼ੀਆਂ ਦਿੱਤੀਆਂ ਹੋਣਗੀਆਂ ਰੁਜ਼ਗਾਰ ਲਈ, ਹੁਣ ਉਹ ਅੱਕ ਥੱਕ ਟੁੱਟ ਚੁੱਕਾ ਹੈ। ਹੁਣ ਉਹ ਦੁਬਾਰਾ ਜਿਹੜਾ ਅਰਜ਼ੀਆਂ ਦੇਣ ਤੋਂ ਵੀ ਉਹਨੇ ਕਿਨਾਰਾ ਕਰ ਲਿਆ ਵੀ ਹੁਣ ਅਰਜ਼ੀਆਂ ਦੇਣ ਦਾ ਕੋਈ ਫਾਇਦਾ ਨਹੀਂ, ਰੁਜ਼ਗਾਰ ਤਾਂ ਮਿਲਣਾ ਨਹੀਂ। ਇਹੋ ਜਿਹੀ ਸਥਿਤੀ ਜਿਹੜੀ ਆ ਹੋ ਗਈ 2 ਕਰੋੜ 42 ਲੱਖ ਤਾਂ ਰੇਲਵੇ ਵਾਲੀਆਂ ਹੀ ਅਰਜ਼ੀਆਂ ਚੱਲੀਆਂ। ਹਾਂਜੀ ਹਾਂਜੀ ਹਾਂਜੀ। ਸੋ ਜਨਰਲ ਸਾਹਿਬ, ਇੱਥੇ ਹੀ ਸਾਡਾ ਜਿਹੜਾ ਅੱਜ ਦੇ ਸ਼ੋਅ ਦਾ ਆਪਾਂ ਸਮਾਂ ਜਿਹੜਾ ਉਹ ਸਮਾਪਤ ਹੁੰਦਾ। ਕੱਲ ਫੇਰ ਮੇਰੇ ਖਿਆਲ ਪਾਰਲੀਮੈਂਟ ਤੇ ਹੋਰ ਮਸਲੇ ਨੂੰ ਲੈ ਕੇ ਜਿਹੜਾ ਉਹ ਕੱਲ ਫੇਰ ਮਿਲਾਂਗੇ। ਧੰਨਵਾਦ। ਧੰਨਵਾਦ।